ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹੋ ਗਏ ਜੀ ਹਾਜ਼ਰ। ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਜੁੜ ਗਏ ਨੇ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ। ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ, ਬਹੁਤ ਸਾਰੀਆਂ ਖਬਰਾਂ ਵੀਕਐਂਡ ਤੋਂ ਬਾਅਦ, ਖਾਸ ਕਰਕੇ ਪੰਜਾਬ ਦੀਆਂ ਖਬਰਾਂ। ਸਾਡੀ ਇੱਥੇ ਵੀ ਕੈਬਨਿਟ 26 ਤਰੀਕ ਨੂੰ ਜਿਹੜੀ ਆ ਉਹ ਬਣਨ ਜਾ ਰਹੀ ਆ, ਉੱਤੇ ਵੀ ਗੱਲਬਾਤ ਜੇ ਸਮਾਂ ਮਿਲਿਆ ਤੇ ਥੋੜ੍ਹੀ ਜਿਹੀ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਘਟਨਾਵਾਂ ਨੇ ਜਿਹਦੇ ਨਾਲ ਸਭ ਦੀ ਨਿਗਾਹ ਬਣੀ ਰਹਿੰਦੀ ਆ, ਉਹਦੇ 'ਤੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਸਾਂਝੀਆਂ। ਸਭ ਤੋਂ ਪਹਿਲੀ ਖਬਰ ਤਾਂ ਮੇਰਾ ਮਨ ਹੈ ਵੀ ਉਹੀ ਕਰ ਲਈ ਜਾਵੇ ਜਿਹੜੀ 2 ਦਿਨ ਤੋਂ ਚਰਚਾ 'ਚ ਆ ਤੇ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ। ਨਿਹੰਗ ਸਿੰਘਾਂ ਦੇ ਵੱਲੋਂ ਜਿਹੜਾ ਉਹ ਹੋਇਆ ਕੰਮ ਉੱਥੇ, ਉਹਦੇ ਤੇ ਇੱਦਾਂ ਲੱਗਦਾ ਹੈ ਰਾਏ ਵੰਡੀ ਗਈ ਆ। ਕੁਝ ਲੋਕ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਬੇਇਨਸਾਫੀ ਦੀ ਹੋ ਰਹੀ ਆ, ਬੇਅਦਬੀ ਦੀਆਂ ਘਟਨਾਵਾਂ ਤੇ ਸਰਕਾਰੀ ਤੌਰ ਤੇ ਕਾਨੂੰਨੀ ਤੌਰ ਤੇ ਕੁਝ ਨਹੀਂ ਕੀਤਾ ਗਿਆ, ਤੇ ਦੂਜੇ ਜਿਹੜੇ ਲੋਕ ਨੇ, ਸ਼ਰਾਰਤੀ ਅੰਸਰ ਨੇ ਜਾਂ ਜਿਹੜੇ ਸ਼ਰਾਰਤ ਕਰਾਉਣ ਵਾਲੇ ਅੰਸਰ ਨੇ, ਉਹਨਾਂ ਦੇ ਹੌਸਲੇ ਵੱਧ ਰਹੇ ਸੀਗੇ। ਤੇ ਇਹ ਗੱਲ ਜਿਹੜੀ ਕਿਤੇ ਹੋਈ ਹੈ ਉਹਨੂੰ ਥੋੜ੍ਹਾ ਇਹਦੇ ਨਾਲ ਜਿਹੜਾ ਵਾ ਉਹ ਰੋਕ ਪੈ ਗਈ। ਪਰ ਦੂਜੇ ਪਾਸੇ ਜਦੋਂ ਆਪਾਂ ਦੇਖਦੇ ਹਾਂ ਕਿ ਇਹ ਇੱਕ ਤਰ੍ਹਾਂ ਨਾਲ ਬੜਾ ਹੀ ਗੈਰ ਮਨੁੱਖੀ ਕਾਰਾ ਲੱਗਦਾ ਹੈ ਤੇ ਨਾਲ ਦੀ ਨਾਲ ਜੰਗਲ ਦੇ ਰਾਜ ਵਾਲੀ ਗੱਲ ਜਿਹੜੀ ਆ ਉਹ ਲੱਗਦੀ ਆ। ਇਸ ਤਰ੍ਹਾਂ ਨਹੀਂ ਲੱਗਦਾ ਕਿ ਅਸੀਂ ਕਿਸੇ ਸੱਭਿਅਕ ਸੁਸਾਇਟੀ ਦਾ ਹਿੱਸਾ ਹੋਈਏ। ਬਿਲਕੁਲ ਸਹੀ ਗੱਲ ਹੈ ਜੀ। ਇਹ ਜਿਸ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਬੜੀ ਬੇਰਹਿਮੀ ਨਾਲ ਹੱਥ ਵੱਢ ਕੇ, ਲੱਤਾਂ ਵੱਢ ਕੇ, ਫਿਰ ਉਹਨੂੰ ਘੜੀਸ ਕੇ ਜੀਂਦੇ ਬੰਦੇ ਨੂੰ ਬੜਾ ਉਹ ਰੌਲਾ ਰੱਪਾ ਪਾ ਰਿਹਾ, ਕਰਾ ਰਿਹਾ, ਤੇ ਉਹਨੂੰ ਮੁੜ ਕੇ ਪੁੱਠਾ ਟੰਗਿਆ ਗਿਆ। ਇਹ ਇਸ ਕਿਸਮ ਦੀ ਜਿਹੜੀ ਘਿਨਾਉਣੀ ਵਾਰਦਾਤ ਹੈਗੀ ਆ, ਇਹ ਬਿਲਕੁਲ ਗੈਰ ਮਨੁੱਖੀ ਕਾਰਾ ਹੈ ਜੀ। ਤੇ ਇਹਦੇ ਪਿੱਛੇ ਜਿਹੜੀ ਆ ਉਹ ਪੂਰੀ ਜਾਂਚ ਹੋਣੀ ਚਾਹੀਦੀ ਆ ਕਿ ਇਹ ਕਿਸ ਕਿਸਮ ਦਾ, ਕਿਸ ਵਿਅਕਤੀ ਨੇ, ਕਿਹਦੀ ਸ਼ਹਿ ਦੇ ਉੱਤੇ ਇਸ ਕਿਸਮ ਦੀ ਗੱਲ ਹੋਈ ਆ ਜੀ। ਪਰ ਸਾਹਿਬ, ਬੜੀ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ। ਕਿ ਮੈਂ ਲੇਟੈਸਟ ਹੁਣੇ ਹੀ ਖਬਰਾਂ ਤੇ ਆਪਣਾ ਜਦੋਂ ਬੈਠਣ ਲੱਗੇ ਸਟੂਡੀਓ ਤੋਂ ਪਹਿਲਾਂ ਮੈਂ ਨਿਗਾਹ ਮਾਰ ਰਿਹਾ ਸੀਗਾ, ਤੇ ਇੱਕ ਖਬਰ ਫਲੈਸ਼ ਹੋ ਰਹੀ ਆ ਕਿ ਜਿਹੜੇ ਉਹ ਅਮਨ ਸਿੰਘ ਨਾਂ ਦੇ ਨਿਹੰਗ ਸਿੰਘ ਨੇ ਕੋਈ ਉੱਥੇ, ਜਿਨ੍ਹਾਂ ਨੇ ਉਹਨੂੰ ਪੇਸ਼ ਕਰਵਾਇਆ ਸੀ ਤੇ ਕਾਫੀ ਪ੍ਰਭਾਵਸ਼ਾਲੀ ਤਕਰੀਰ ਵੀ ਕੀਤੀ ਸੀ। ਪਹਿਲਾਂ ਉਹਨਾਂ ਨੇ ਯੰਗ ਏਜ ਦੇ ਹੀ ਕੋਈ ਲੱਗਦੇ ਨੇ ਉਹ ਨਿਹੰਗ ਸਿੰਘ, ਤੇ ਉਹ ਕਿਸੇ ਸਮੇਂ ਜੇਲ੍ਹ 'ਚ ਰਹੇ ਤੇ ਪਿੰਕੀ ਕੈਟ ਦੇ ਨਾਲ ਰਹੇ, ਇਹ ਖਬਰ ਸੀ। ਤੇ ਉਹਨਾਂ ਦਾ ਰਾਬਤਾ ਕਿਤੇ ਨਾ ਕਿਤੇ ਬੀਜੇਪੀ ਦੇ ਮੰਤਰੀਆਂ ਨਾਲ, ਤੇ ਇੱਥੋਂ ਤੱਕ ਕਿ ਉਹਨਾਂ ਨੇ ਮੰਤਰੀ ਦੇ ਘਰ ਲੰਚ ਲੈਣ ਦੀਆਂ ਤਸਵੀਰਾਂ, ਤੇ ਖਾਸ ਕਰਕੇ ਜਿਹੜਾ ਕੇਂਦਰੀ ਖੇਤੀ ਮੰਤਰੀ ਆ ਉਹਦੇ ਨਾਲ ਮੁਲਾਕਾਤ ਜਿਹੜੀ ਆ ਉਹਦੀ ਕਿਤੇ ਖਬਰ ਆ ਰਹੀ ਆ ਕਿ ਪਿੰਕੀ ਦਾ ਕਹਿਣਾ ਇਹ ਆ ਕਿ ਮੈਂ ਵੀ ਉਸ ਮੀਟਿੰਗ 'ਚ ਹਾਜ਼ਰ ਸੀ ਜਿੱਥੇ ਨਿਹੰਗ ਸਿੰਘਾਂ ਦੀ ਮੀਟਿੰਗਾਂ ਚੱਲ ਰਹੀਆਂ ਨੇ ਬੀਜੇਪੀ ਨਾਲ। ਮਤਲਬ ਕਿਤੇ ਨਾ ਕਿਤੇ ਅਜੀਬੋ ਗਰੀਬ ਜਿਹੀ ਹਾਲਾਤ ਬਣੀ ਪਈ ਆ। ਇੱਕ ਪਾਸੇ ਲੋਕ ਸ਼ੱਕ ਕਰਦੇ ਨੇ ਕਿ ਉਹ ਵਿਅਕਤੀ ਨੂੰ ਕੁਝ ਨਾ ਕੁਝ ਏਜੰਸੀਆਂ ਨੇ ਪੈਸੇ ਵਗੈਰਾ ਦੇ ਕੇ ਇੱਦਾਂ ਦਾ ਕਾਰਾ ਕਰਵਾਇਆ ਹੋਏਗਾ। ਦੂਜੇ ਪਾਸੇ ਨਿਹੰਗ ਸਿੰਘਾਂ ਦਾ ਆਪਣਾ ਹੀ ਇਹ ਥੋੜ੍ਹਾ ਜਿਹਾ ਰੋਲ ਇਸ ਤਰ੍ਹਾਂ ਦਾ ਨਜ਼ਰ ਆਉਣ ਲੱਗ ਗਿਆ, ਜਿਹੜਾ ਟਿੰਟਡ ਹੈ, ਕਿਤੇ ਸ਼ੱਕੀ ਹੈ, ਜਿੱਤੇ ਕੋਈ ਨਾ ਕੋਈ ਇੱਦਾਂ ਲੱਗਦਾ ਹੈ ਕਿ ਕੋਈ ਉਹ ਵੀ ਪਿੱਛੇ ਗੱਲ ਹੋ ਸਕਦੀ ਹੈ। ਇਹਦੇ 'ਚ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰਦੇ ਹੋ, ਮੈਂ ਵੀ ਉਹ ਦੇਖੀ ਆ। ਹਾਂਜੀ। ਤੇ ਉਹਦੇ ਵਿੱਚ ਤਸਵੀਰ ਦੇ ਵਿੱਚ ਅਮਨ ਸਿੰਘ, ਜਿਹੜਾ ਤੁਸੀਂ ਨਿਹੰਗ ਦੀ ਗੱਲ ਕਰਦੇ ਆ, ਨਿਹੰਗ ਸਿੰਘ ਦੀ, ਉਹ ਵੀ ਨਜ਼ਰ ਆ ਰਹੇ ਨੇ। ਹਾਂਜੀ। ਔਰ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਆ ਤੋਮਰ ਸਾਹਿਬ, ਉਹ ਵੀ ਆ ਰਹੇ ਨੇ। ਹਾਂਜੀ। ਆਖਰਕਾਰ ਗਿੱਲ ਸਾਹਿਬ ਉਹਨਾਂ ਨਾਲ ਕੋਈ ਇਹਨਾਂ ਦੀ ਸਾਂਠ ਗਾਂਠ ਹੋਏਗੀ ਕੋਈ। ਦੇਖੋ, ਜਿਹੜੇ ਹੁਣ ਇਸ ਵੇਲੇ ਕੇਂਦਰੀ ਮੰਤਰੀ ਨੇ, ਉਹਨਾਂ ਨੂੰ ਤੁਹਾਡੇ ਮੇਰੇ ਵਰਗਾ ਵੀ ਜਿਹੜਾ ਉਹ ਮਿਲ ਨਹੀਂ ਸਕਦਾ ਜੀ ਬਿਲਕੁਲ ਆਮ ਹਾਲਾਤ ਦੇ ਵਿੱਚ। ਤੇ ਜੇ ਕੋਈ ਉਹਨਾਂ ਦੇ ਘਰ ਲੰਚ ਕਰਦੇ ਨੇ, ਜਾਂਦੇ ਨੇ, ਤੇ ਲੰਚ ਦੇ ਉੱਤੇ ਕੋਈ ਐਵੇਂ ਤਾਂ ਸੱਦਦਾ ਨਹੀਂਗਾ, ਕੋਈ ਨਾ ਕੋਈ ਗੱਲ ਹੋਏਗੀ ਤੇ ਤਾਂ ਹੀ ਸੱਦਦਾ। ਔਰ ਇਹਦੇ ਵਿੱਚ ਜਿਹੜੀ ਗੱਲ ਮੈਂ ਕਹਿੰਦਾ ਬਈ, ਇਹ ਦੋਸ਼ ਲਾਇਆ ਜਾ ਰਿਹਾ ਸੀਗਾ ਕਿ ਇਹ ਦੇਖੋ ਜੀ ਧਰਮ ਦਾ ਮਾਮਲਾ ਹੈਗਾ। ਇਹ ਇੱਕ ਕਦੀ ਤਾਂ ਇਹ ਕਹਿੰਦੇ ਹੈਗੇ ਆ ਕਿ ਸਰਬਲੋ ਗ੍ਰੰਥ ਕਹਿੰਦੇ ਸੀਗੇ, ਫਿਰ ਸਰਬਲੋ ਪੋਥੀ ਕਹਿਣ ਲੱਗ ਗਏ, ਫਿਰ ਇਹ ਕਹਿਣ ਲੱਗ ਗਏ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ। ਮਤਲਬ ਇਹ ਜਿਹੜੇ ਬਾਰ-ਬਾਰ ਬਿਆਨ ਬਦਲੇ ਆ, ਇਹ ਵੀ ਸ਼ੱਕ ਦੀ ਗੁੰਜਾਇਸ਼ ਪੈਦਾ ਕਰਦੇ ਆ। ਔਰ ਦੂਜੇ ਬੰਨੇ ਜਿਹੜਾ ਅਮਨ ਸਿੰਘ ਨਿਹੰਗ ਦੀ ਤੇ ਗੁਰਮੀਤ ਸਿੰਘ ਪਿੰਕੀ ਕੈਟ ਦੀ ਤੁਸੀਂ ਗੱਲ ਕਰਦੇ ਆ, ਤੇ ਉਹਦੇ ਵਿੱਚੋਂ ਵੀ ਔਰ ਉਹ ਇਹ ਵੀ ਦਾਅਵਾ ਕਰਦੇ ਆ ਗਿੱਲ ਸਾਹਿਬ ਕਿ ਇੱਕ ਜਿਹੜਾ ਸੁਖਵਿੰਦਰ ਸਿੰਘ ਗਰੇਵਾਲ ਆ ਨਾ, ਇਹਨਾਂ ਦੇ ਕਿਸਾਨ ਵਿੰਗ ਦਾ, ਉਹ ਬੀਜੇਪੀ ਦਾ ਲੀਡਰ ਸੀਗਾ ਜੀ, ਉਹਦੇ ਨਾਲ ਰਲ ਕੇ ਤੇ ਇਹ ਅਖੇ ਕਿਸਾਨ ਮਸਲਾ ਸੁਲਝਾਉਣ ਦੀਆਂ ਗੱਲਾਂ ਵੀ ਕਰਦੇ ਸੀਗੇ, ਜਿਹਨੂੰ ਅਸੀਂ ਕਹਿੰਦੇ ਆ ਵੀ ਸਾਲਸੀ
ਇਹ ਕਰਦੇ ਰਹੇ ਹੈਗੇ ਆ। ਸੋ ਇਹ ਨਵੀਆਂ ਗੱਲਾਂ ਜਿਹੜੀਆਂ ਇਹ ਆ ਰਹੀਆਂ ਆ, ਔਰ ਇਹਦੇ ਚੋਂ ਮੈਨੂੰ ਲੱਗਦਾ ਵੀ ਜਿਹੜੀ ਇਹ ਵੀਡੀਓ ਆਈ ਹੈਗੀ ਆ, ਇਹਦੇ ਚੋਂ ਕਾਫੀ ਹੱਦ ਤੱਕ ਗੱਲ ਸਪਸ਼ਟ ਹੋਏਗੀ। ਨਹੀਂ ਤਾਂ ਸ਼ੰਕੇ ਜਿਹੜੇ ਆ ਉਹ ਖੜੇ ਹੋਣ ਦੀ ਸੰਭਾਵਨਾ ਰਹਿੰਦੀ ਆ। ਭਾਵੇਂ ਕਿ ਕਿਸਾਨ ਲੀਡਰਸ਼ਿਪ ਨੇ, ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਇਹ ਕਹਿ ਦਿੱਤਾ ਵੀ ਇਹ ਜਿਹੜੇ ਨਿਹੰਗ ਸਿੰਘ ਨੇ ਇੱਥੇ, ਇਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ, ਜਿਹੜਾ ਕੋਈ ਬੇਅਦਬੀ ਕਰਨ ਵਾਲਾ ਆ ਉਹਦੇ ਨਾਲ ਵੀ ਸਾਡਾ ਕੋਈ ਸੰਬੰਧ ਨਹੀਂ ਹੈ, ਜਿਹਨੇ ਇਹ ਵਾਰਦਾਤ ਕੀਤੀ ਆ ਉਹਦੇ ਨਾਲ ਵੀ ਸਾਡਾ ਕੋਈ ਸੰਬੰਧ ਨਹੀਂ ਹੈ। ਪਰੰਤੂ ਇਹ ਜਿਹੜਾ ਸਪਸ਼ਟੀਕਰਨ ਆ ਕਿਸਾਨ ਮੋਰਚੇ ਦਾ, ਕਿਸਾਨ ਮੋਰਚੇ ਦੇ ਆਗੂਆਂ ਦਾ, ਇਹਨੂੰ ਸਾਰੇ ਲੋਕ ਜਿਹੜੇ ਆ ਇਹਦੇ ਤੇ ਵਿਸ਼ਵਾਸ ਨਹੀਂ ਕਰਦੇ। ਕੁਝ ਨਾ ਕੁਝ ਸ਼ੱਕ ਦੀ ਗੁੰਜਾਇਸ਼ ਜਿਹੜੀ ਆ ਉਹ ਰਹਿ ਜਾਂਦੀ ਆ। ਔਰ ਤੁਹਾਨੂੰ ਪਤਾ ਕਿ ਜਿਹੜੇ ਧਾਰਮਿਕ ਮਾਮਲੇ ਹੈਗੇ ਆ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ, ਜਿਹਨੂੰ ਕਿ ਸਿੱਖ ਧਰਮ ਦੇ ਵਿੱਚ 11ਵਾਂ ਗੁਰੂ ਜਾਂ ਹਾਜ਼ਰ ਨਾਜ਼ਰ ਗੁਰੂ ਸਮਝਿਆ ਜਾਂਦਾ ਆ, ਉਹਦੇ ਨਾਲ ਕੋਈ ਇਸ ਕਿਸਮ ਦੀ ਜਦੋਂ ਗੱਲ ਹੁੰਦੀ ਹੈਗੀ ਆ ਤਾਂ ਸਿੱਖ ਜਗਤ ਦੇ ਵਿੱਚ, ਸਿੱਖ ਭਾਈਚਾਰੇ ਦੇ ਵਿੱਚ ਇਹਦੀ ਜਿਹੜੀ ਆ ਬਹੁਤ ਇੱਕ ਉਹਨਾਂ ਨੂੰ ਇੱਕ ਜ਼ਖਮ ਮਹਿਸੂਸ ਹੁੰਦਾ ਹੈਗਾ, ਉਹਨਾਂ ਨੂੰ ਇੱਕ ਚੀਸ ਮਹਿਸੂਸ ਹੁੰਦੀ ਆ, ਪੀੜ ਮਹਿਸੂਸ ਹੁੰਦੀ ਆ। ਤੇ ਇਸ ਗੱਲ ਮਗਰ ਕੋਈ ਨਹੀਂ ਜਾਂਦਾ ਕਿ ਪਹਿਲਾਂ ਇਹ ਦੇਖਿਆ ਜਾਵੇ ਹੋਇਆ ਕੀ ਆ। ਸੋ ਇਹ ਜਿਹੜਾ ਭਰਮ ਭੁਲੇਖਾ ਸੀਗਾ ਉਹ ਹੁਣ ਮੈਨੂੰ ਲੱਗਦਾ ਹੈ ਜਦੋਂ ਵੀਡੀਓ ਆਈ ਸਾਹਮਣੇ, ਇਹਦੇ ਸਬੰਧ ਦੇ ਵਿੱਚ ਜਦੋਂ ਇਹਦੀਆਂ ਡਿਟੇਲਸ ਦਿੱਤੀਆਂ ਜਾਣਗੀਆਂ ਤਾਂ ਕਾਫੀ ਕੁਝ ਸਾਹਮਣੇ ਆਏਗਾ। ਕਿਉਂਕਿ ਪਹਿਲਾਂ ਇਹ ਗੱਲਾਂ ਚੱਲਦੀਆਂ ਕਿ ਉਹ ਵਿਅਕਤੀ ਜਿਹੜਾ ਹੈਗਾ ਉਹ ਕਹਿੰਦੇ ਵੀ ਕਦੀ ਕਿਸੇ ਤਰਨਤਾਰਨ ਜਾਂ ਅੰਮ੍ਰਿਤਸਰ ਵਰਗੇ ਸ਼ਹਿਰ ਵੀ ਨਹੀਂ ਕਦੀ ਗਿਆ ਸੀਗਾ, ਤੇ ਉਹ 50 ਰੁਪਈਆਂ ਨਾਲ ਦਿੱਲੀ ਕਿਵੇਂ ਪਹੁੰਚ ਗਿਆ, ਉਹਨੂੰ ਕੌਣ ਲੈ ਗਿਆ। ਫਿਰ ਇਹ ਵੀ ਤੁਸੀਂ ਗੱਲ ਸੁਣੀ ਹੋਣੀ ਆ ਬਈ ਉਹਦੀ ਕਿਸੇ ਨਾਲ ਗੱਲਬਾਤ ਹੁੰਦੀ ਸੀਗੀ, ਤੇ ਜਿਹੜਾ ਗੱਲਬਾਤ ਕਰਨ ਵਾਲਾ ਸੀਗਾ ਉਹ ਕੋਈ ਸੰਧੂ ਸਾਹਿਬ ਸੀਗਾ, ਤੇ ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਵੀ ਉਹ ਜਿਹੜੀ ਗੱਲਬਾਤ ਹੈ ਕਿਵੇਂ ਹੋਈ, ਐਡੀ ਦੂਰ ਕਿਵੇਂ ਪਹੁੰਚਿਆ। ਪਰ ਆ ਹੁਣ ਜਿਹੜੀ ਗੁਰਮੀਤ ਸਿੰਘ ਪਿੰਕੀ ਕੈਟ ਤੇ ਨਿਹੰਗ ਸਿੰਘ ਅਮਨ ਸਿੰਘ ਹੋਰਾਂ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਆ ਕਿ ਉਹ ਕਤਲ ਕੇਸ ਦੇ ਵਿੱਚ ਦੋਨੇ ਜਣੇ ਜਿਹੜੇ ਆ ਉਹ ਵੱਖਰੇ ਵੱਖਰੇ ਮਤਲਬ ਤੌਰ ਦੇ ਉੱਤੇ ਪਟਿਆਲੇ ਜੇਲ੍ਹ ਦੇ ਵਿੱਚ ਕੈਦ ਭੁਗਤਦੇ ਸੀਗੇ, ਉੱਥੋਂ ਇਹਨਾਂ ਦੇ ਸੰਬੰਧ ਬਣੇ ਆ। ਤੇ ਇਹਦਾ ਮਤਲਬ ਇਹ ਆ ਵੀ ਜੇ ਉਹ ਕਤਲਾਂ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਸੀਗੇ ਤਾਂ ਉਹਨਾਂ ਦੇ ਕ੍ਰਿਮੀਨਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤੇ ਜਿਹੜੇ ਕ੍ਰਿਮੀਨਲ ਹੁੰਦੇ ਹੈਗੇ ਆ ਅਨਸਰ, ਉਹ ਇਹੋ ਜਿਹੇ ਕੰਮਾਂ ਕਾਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਪਾਰਟੀਸਪੇਸ਼ਨ ਆ, ਉਹਨਾਂ ਦਾ ਸ਼ਾਮਲ ਹੋਣਾ ਇੱਕ ਸੌਖਾ ਰਾਹ ਲੱਭ ਰਿਹਾ ਜਾਂਦਾ। ਔਰ ਜਿਹੜੀਆਂ ਏਜੰਸੀਆਂ ਹੈਗੀਆਂ ਗੌਰਮੈਂਟ ਦੀਆਂ, ਜਾਂ ਜਿਹੜੇ ਬੀਜੇਪੀ ਦੇ ਏਜੰਟ ਹੈਗੇ ਆ ਜਾਂ ਸਰਕਾਰ ਦੇ ਏਜੰਟ ਆ, ਉਹ ਇਹਨਾਂ ਲੋਕਾਂ ਦੀ ਭਾਲ ਵਿੱਚ ਰਹਿੰਦੇ ਆ ਹਮੇਸ਼ਾ ਹੀ, ਔਰ ਇਹਨਾਂ ਨੂੰ ਛੇਤੀ ਤੋਂ ਛੇਤੀ ਉਹ ਜੋੜ ਲੈਂਦੇ ਆ। ਸੋ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀ ਵਾਇਰਲ ਹੋਈ ਹੈ ਨਾ ਗਿੱਲ ਸਾਹਿਬ ਵੀਡੀਓ, ਇਹ ਤਸਵੀਰ ਨੂੰ ਸਪਸ਼ਟ ਕਰਨ ਦੇ ਵਿੱਚ ਕੁਝ ਮਦਦ ਕਰ ਸਕਦੀ ਆ ਜੀ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਪਰ ਦੋ ਤਿੰਨ ਗੱਲਾਂ ਇਹਦੇ ਵਿੱਚੋਂ ਨਿਕਲ ਕੇ ਆਉਂਦੀਆਂ ਨੇ ਕਿ ਜਿਹੜਾ ਇਹ ਕੰਮ ਹੋਇਆ, ਜਿਹੜੀ ਮਨਸ਼ਾ ਇਹਦੇ ਪਿੱਛੇ ਨਜ਼ਰ ਆਉਂਦੀ ਆ, ਉਹ ਕਿਤੇ ਨਾ ਕਿਤੇ ਚਰਚਾ ਉਹਦੀ ਜ਼ਰੂਰ ਸ਼ੁਰੂ ਹੋ ਜਾਂਦੀ ਆ ਕਿ ਜਿਹੜਾ ਮਸਲਾ ਕਿਸਾਨੀ ਦਾ ਉਹ ਪਿੱਛੇ ਰਹਿ ਜਾਂਦਾ ਹੈ ਤੇ ਕੁਝ ਇੱਕ ਮੁੱਦੇ ਠਾ ਲਏ ਜਾਂਦੇ ਆ, ਜਿੱਦਾਂ ਕਿਹਾ ਜਾਂਦਾ ਹੈ ਧਰਮ ਵਰਸਸ ਕਾਮਰੇਡ, ਜਿੱਦਾਂ ਅੱਗੇ ਸਾਰਾ ਬਿਰਤਾਂਤ ਸਿਰਜਿਆ ਸੀਗਾ, ਉਹੋ ਜੀ ਗੱਲਬਾਤ ਜਿਹੜੀ ਉਹ ਕਿਤੇ ਫੇਰ ਨਜ਼ਰ ਆਉਣੀ ਸ਼ੁਰੂ ਹੋ ਗਈ। ਸਮਾਜ ਦੋ ਹਿੱਸਿਆਂ 'ਚ ਵੰਡਿਆ ਗਿਆ। ਨਿਹੰਗ ਸਿੰਘਾਂ ਨੇ ਵੀ ਜਿਸ ਤਰੀਕੇ ਨਾਲ ਆਪਣੀਆਂ ਦਲੀਲਾਂ ਨਾਲ ਗੱਲ ਕੀਤੀ ਤੇ ਕਿਹਾ ਕਿ ਜੇ ਸੰਗਤ ਕਹੇ ਤੇ ਅਸੀਂ ਪਿੱਛੇ ਚਲੇ ਜਾਂਦੇ ਆ, ਛੱਡ ਕੇ ਚਲੇ ਜਾਂਦੇ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਰਾਜੇਵਾਲ ਹੋਰਾਂ ਨੇ ਕਿਹਾ ਸੀਗਾ ਨਿਹੰਗ ਸਿੰਘਾਂ ਨੂੰ ਕਿ ਉਹ ਥੋੜਾ ਬਾਰਡਰ ਤੋਂ ਪਿੱਛੇ ਹਟ ਕੇ ਆ ਜਾਣ ਤੇ ਥੋੜਾ ਉਹ ਠੀਕ ਰਹੇਗਾ। ਉਦੋਂ ਇੱਕ ਬੜਾ ਵੇਲਾ ਉੱਠਿਆ ਸੀਗਾ। ਤੇ ਹੁਣ ਵੀ ਜਦੋਂ ਨਿਹੰਗ ਸਿੰਘਾਂ ਨੇ ਇਹ ਕਿਹਾ ਕਿ ਜੇ ਸੰਗਤ ਸਾਨੂੰ ਕਹਿ ਦਿੰਦੀ ਅਸੀਂ ਛੱਡ ਕੇ ਮੋਰਚਾ ਜਾਣ ਨੂੰ ਤਿਆਰ ਆ, ਤੇ ਕੁਝ ਲੋਕੀ ਤੇ ਇੱਥੋਂ ਤੱਕ ਸਟੈਂਡ ਲੈ ਰਹੇ ਆ ਕਿ ਅਜੇ ਤੱਕ ਮੋਰਚਾ ਜੇ ਉੱਥੇ ਬੈਠਾ ਤੇ ਉਹ ਬਦੌਲਤ ਹੀ ਨਿਹੰਗ ਸਿੰਘਾਂ ਦੀ ਬੈਠਾ ਆ, ਨਹੀਂ ਤੇ ਹੁਣ ਨੂੰ ਪੁਲਿਸ ਨੇ ਕੋਈ ਐਕਸ਼ਨ ਕਰ ਦੇਣਾ ਸੀ। ਪੁਲਿਸ ਨਿਹੰਗ ਸਿੰਘਾਂ ਕੋਲ ਡਰਦੀ ਅੱਗੇ ਨਹੀਂ ਜਾਂਦੀ, ਯਾਨੀ ਕਿ ਸਮਾਜ ਵਿੱਚ ਵੀ ਇੱਕ ਕਿਸਮ ਦੀ ਵੰਡੀ ਪੈ ਗਈ। ਤੇ ਕਿਤੇ ਨਾ ਕਿਤੇ ਨਿਹੰਗ ਸਿੰਘ ਵੀ ਇਹ ਦਰਸਾਉਣ 'ਚ, ਆਪਣੀ ਐਗਜ਼ਿਸਟੈਂਸ ਦਿਖਾਉਣ 'ਚ ਉੱਥੇ ਜਿਹੜੇ ਕਾਮਯਾਬ ਹੋਏ ਕਿ ਸਾਡੇ ਕਰਕੇ
ਮੋਰਚਾ ਜਿਹੜਾ ਆ ਉਹਨੂੰ ਕੋਈ ਲਾਭ ਹੋ ਰਿਹਾ ਵਾ? ਤੁਸੀਂ ਬਿਲਕੁਲ ਸਹੀ ਕਿਹਾ ਜੀ। ਜਦੋਂ ਨਿਹੰਗ ਸਿੰਘ ਸਿੰਘੂ ਬਾਰਡਰ ਤੇ ਗਏ ਸੀਗੇ ਨਾ, ਇਹ ਗੱਲ ਉਦੋਂ ਰਾਜੇਵਾਲ ਹੋਰਾਂ ਨੇ ਕਹੀ ਸੀਗੀ ਕਿ ਉਹਦੇ ਭਾਵੇਂ ਕਾਰਨ ਕਈ ਹੋ ਸਕਦੇ ਆ। ਇਹ ਵੀ ਕਾਰਨ ਹੋ ਸਕਦਾ ਕਿ ਬਈ ਪ੍ਰੋਵੋਕੇਸ਼ਨ ਹੋਏਗੀ ਨਿਹੰਗਾਂ ਦੇ ਆਉਣ ਨਾਲ, ਤੇ ਹੋਰ ਵੀ ਕਾਰਨ ਜਿਹੜੇ ਆ ਉਹ ਇਸ ਕਿਸਮ ਦੇ ਹੀ ਹੋ ਸਕਦੇ ਆ। ਤੇ ਉਹਨਾਂ ਨੂੰ ਭਈ ਤੁਸੀਂ ਪਿੱਛੇ ਡੇਰਾ ਲਾ ਲਓ। ਇਹਦੇ ਤਾਂ ਵਾਕਈ ਬੜਾ ਵਾਹ ਵੇਲਾ ਕੀਤਾ ਗਿਆ ਸੀਗਾ, ਔਰ ਰਾਜੇਵਾਲ ਸਾਹਿਬ ਨੂੰ ਇੱਕ ਕਿਸਮ ਦਾ ਕਟਹਿਰੇ 'ਚ ਖੜਾ ਕੀਤਾ ਗਿਆ ਸੀਗਾ, ਤੇ ਕਿਸਾਨ ਲੀਡਰਸ਼ਿਪ ਨੇ ਨਿਹੰਗਾਂ ਨਾਲ ਗੱਲਬਾਤ ਕਰਕੇ ਉਹ ਮਸਲਾ ਜਿਹੜਾ ਨਿਪਟਾਇਆ ਸੀਗਾ। ਇਹ ਗੱਲ ਜਿਹੜੀ ਆ ਇਹ ਸਾਡੇ ਤੁਹਾਡੇ ਮੰਨਣ 'ਚ ਤਾਂ ਨਹੀਂ ਆਉਂਦੀ ਕਿ ਹੁਣ ਤੱਕ ਜਿਹੜੀ ਭਾਰਤ ਸਰਕਾਰ ਆ ਉਹ ਨਿਹੰਗਾਂ ਕੋਲੋਂ ਡਰੀ ਖੜੀ ਸੀਗੀ, ਜਾਂ ਜਿਹੜੀ ਪੁਲਿਸ ਹੈਗੀ ਆ ਉਹ ਨਿਹੰਗਾਂ ਕੋਲੋਂ ਡਰੀ ਖੜੀ ਸੀਗੀ। ਪਰ ਫਿਰ ਵੀ ਕੁਝ ਲੋਕਾਂ ਦੇ ਮਨ ਦੇ ਵਿੱਚ ਇਹ ਜਿਹੜੀ ਦਲੀਲ ਆ ਇਹ ਕਾਰਗਰ ਹੋ ਵੀ ਸਕਦੀ ਆ। ਮਤਲਬ ਜਦੋਂ ਦੋ ਧਿਰਾਂ ਬਣ ਜਾਂਦੀਆਂ ਆ, ਭਾਵੇਂ 20-80 ਹੋਣ, ਭਾਵੇਂ 70-30 ਹੋਣ, ਭਾਵੇਂ 90-10 ਵੀ ਹੋਣ, ਤਾਂ ਵੀ ਇਹ ਗੱਲ ਜਿਹੜੀ ਆ ਉਹ ਖਤਰਨਾਕ ਹੁੰਦੀ ਹੈਗੀ ਆ ਕਿ ਕੁਝ ਲੋਕ ਇੱਕ ਪਾਸੇ ਹੋ ਜਾਂਦੇ ਆ, ਕੁਝ ਲੋਕ ਦੂਜੇ ਪਾਸੇ ਹੋ ਜਾਂਦੇ ਆ। ਜਿਹੜੀ ਗੱਲ ਇਹ ਹੈਗੀ ਆ ਕਿ ਬਈ ਉਹਨਾਂ ਕੋਲੋਂ ਡਰਦੇ ਆ, ਇਹ ਮੇਰੇ ਮੰਨਣ ਦੇ ਵਿੱਚ ਨਹੀਂ ਆਉਂਦੀ ਹੈਗੀ। ਔਰ ਇਹ ਦਲੀਲ ਜਿਹੜੀ ਆ ਬਈ ਇਹ ਇੱਕ ਫੀਲਾ ਸੁੱਟਣ ਵਾਲੀ ਗੱਲ ਹੈਗੀ ਆ ਕਿ ਜੇ ਸੰਗਤ ਸਾਨੂੰ ਕਵੇ ਤੇ ਅਸੀਂ ਇੱਥੋਂ ਚੱਲ ਜਾਂਦੇ ਆ। ਇਹ ਗੱਲਾਂ ਜਿਹੜੀਆਂ ਆ ਇਹ ਭਾਵੇਂ ਕਿਸਾਨ ਮੋਰਚੇ ਵਾਲੇ ਸਪਸ਼ਟ ਕਰ ਚੁੱਕੇ ਆ, ਪਰ ਫਿਰ ਵੀ ਮੈਂ ਇਹ ਮੰਨਦਾ ਹਾਂ ਕਿ ਇਹਨਾਂ ਗੱਲਾਂ ਦਾ ਅਸਰ ਜ਼ਰੂਰ ਪੈਂਦਾ ਆ, ਕਿਉਂਕਿ ਜਿੱਥੇ ਧਰਮ ਦਾ ਦਖਲ ਹੁੰਦਾ ਆ ਉੱਥੇ ਕਿਉਂਕਿ ਜਿਹੜਾ ਫੇਥ ਸ਼ਰਧਾ ਇਹਨਾਂ ਦੇ ਵਿੱਚ ਜਿਹੜੀ ਤਾਰਕਿਕਤਾ ਹੈਗੀ ਆ, ਜਿਹੜੀ ਤਰਕਸ਼ੀਲਤਾ ਆ, ਜਿਹੜੀ ਦਲੀਲਬਾਜ਼ੀ ਆ ਉਹ ਨਹੀਂ ਚੱਲਦੀ। ਜਦੋਂ ਇਹ ਨਾਅਰਾ ਦਿੱਤਾ ਜਾਂਦਾ ਆ ਕਿ ਦੇਖੋ ਜੀ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਆ, ਤਾਂ ਕੋਈ ਇਨਕੁਆਇਰੀ ਕਰਨ ਨਹੀਂ ਜਾਂਦਾ ਕਿ ਹੋਈ ਆ ਜਾਂ ਨਹੀਂ ਹੋਈ। ਉਹ ਇਹ ਕਹਿ ਦਿੰਦੇ ਆ ਜੀ ਜਿਹੜੇ ਬੇਅਦਬੀ ਕਰਦੇ ਆ ਉਹਨਾਂ ਨੂੰ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਆ। ਔਰ ਨਿਹੰਗ ਸਿੰਘਾਂ ਦੇ ਬਿਆਨ ਵੀ ਆ ਕਿ ਉਹ ਜਿਹੜਾ ਉਹਨੇ ਕਿਹਾ ਹੈਗਾ ਬੇਅਦਬੀ ਕਰਨ ਵਾਲੇ ਨੇ ਵੀ ਮੇਰੇ ਨਾਲ 19 ਜਣੇ ਹੋਰ ਆ। ਇਹਦਾ ਸਬੂਤ ਤਾਂ ਭਾਵੇਂ ਅਜੇ ਤੱਕ ਕੋਈ ਨਹੀਂ ਆ ਸਕਿਆ ਜਾਂ ਕੋਈ ਵੀਡੀਓ ਵਗੈਰਾ ਨਹੀਂ ਆਈ, ਪਰ ਇਹਦੇ 'ਚੋਂ ਇਹ ਗੱਲ ਤਾਂ ਨਿਕਲਦੀ ਆ ਨਾ ਕਿ 30-30 ਹਜ਼ਾਰ ਰੁਪਈਆ ਦੇਣ ਦੀ ਜਦੋਂ ਗੱਲ ਕੀਤੀ ਆ ਤਾਂ ਕਿਤੇ ਨਾ ਕਿਤੇ ਸ਼ੱਕ ਦੀ ਗੁੰਜਾਇਸ਼ ਜਿਹੜੀ ਆ ਉਹ ਪੈਦਾ ਹੁੰਦੀ ਆ, ਸੰਭਾਵਨਾਵਾਂ ਪੈਦਾ ਹੁੰਦੀਆਂ ਬਈ ਇਹ 30,000 ਕੋਈ 30-30 ਹਜ਼ਾਰ ਜਿਹੜਾ 20 ਬੰਦਿਆਂ ਨੂੰ ਉਹ ਇੰਡੀਵਿਜੂਅਲ ਬੰਦਾ ਤਾਂ ਕੋਈ ਦੇ ਨਹੀਂ ਸਕਦਾ, ਇਹ ਤਾਂ ਕੋਈ ਏਜੰਸੀ ਦੇ ਸਕਦੀ ਆ। ਔਰ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਸ਼ੰਕੇ ਪੈਦਾ ਕਰਦੀਆਂ ਆ। ਔਰ ਇਹਦੇ 'ਚ ਗਿੱਲ ਸਾਹਿਬ ਜਿਹੜੀ ਸਭ ਤੋਂ ਵੱਡੀ ਗੱਲ ਆ ਨਾ ਉਹ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਲਖੀਮਪੁਰ ਖੀਰੀ ਵਾਲੀ ਘਟਨਾ ਜਿਹੜੀ ਆ ਉਹ ਛਾਈ ਪਈ ਸੀਗੀ, ਅੰਤਰਰਾਸ਼ਟਰੀ ਪੱਧਰ ਤੱਕ ਉਹਦਾ ਬਹੁਤ ਪ੍ਰਭਾਵ ਸੀਗਾ। ਹਰ ਥਾਂ ਦੁਨੀਆ ਦੇ ਹਰ ਕੋਨੇ ਵਿੱਚ ਉਹ ਜਿਹੜਾ ਜ਼ੁਲਮ ਉੱਥੇ ਹੋਇਆ, ਜਿਹੜੇ ਨਿਹੱਥੇ ਨਿਰਦੋਸ਼ ਤੇ ਸੱਤਿਆਗ੍ਰਹੀ ਕਿਸਾਨਾਂ ਦੇ ਉੱਤੇ ਜਿਹੜੀਆਂ ਗੱਡੀਆਂ ਚਾੜ ਕੇ ਦਰੜਿਆ ਗਿਆ, ਉਹਦੀ ਆਵਾਜ਼ ਸਾਰੇ ਵਰਲਡ ਦੇ ਵਿੱਚ ਜਾਰੀ ਸੀਗੀ। ਔਰ ਆਪਾਂ ਨੂੰ ਇਹ ਪਤਾ ਹੈਗਾ, ਆਪਾਂ ਗੱਲ ਵੀ ਕੀਤੀ ਸੀਗੀ ਆਪਣੇ ਇਸੇ ਚੈਨਲ ਤੇ ਗੱਲ ਕੀਤੀ ਸੀਗੀ ਕਿ ਭਾਰਤ ਦੀ ਜਿਹੜੀ ਆਪਣੀ ਫਾਈਨਾਂਸ ਮਿਨਿਸਟਰ ਹੈਗੀ ਆ ਸ਼੍ਰੀਮਤੀ ਸੀਤਾਰਮਨ, ਉਹ ਜਦੋਂ ਅਮਰੀਕਾ ਗਈ ਆ ਤਾਂ ਉੱਥੇ ਸਵਾਲ ਹੋਏ ਸੀਗੇ ਲਖੀਮਪੁਰ ਖੀਰੀ ਦੇ ਸਬੰਧ ਦੇ ਵਿੱਚ। ਮਤਲਬ ਕਿ ਇਸ ਹੱਦ ਤੱਕ ਉਹ ਜਿਹੜੀ ਘਟਨਾ ਆ ਉਹ ਨਿੰਦਣਯੋਗ ਘਟਨਾ ਜਿਹੜੀ ਆ ਛਾਈ ਪਈ ਸੀਗੀ, ਔਰ ਉਹਦਾ ਹਰ ਥਾਂ ਬੋਲਬਾਲਾ ਸੀਗਾ। ਹੁਣ ਤੁਸੀਂ ਦੇਖੋ ਕਿ ਅੱਜ ਦੀ ਤਰੀਕ ਦੇ ਵਿੱਚ ਲਖੀਮਪੁਰ ਖੀਰੀ ਦੀ ਕਿਤੇ ਕੋਈ ਗੱਲ ਨਹੀਂ ਹੋ ਰਹੀ, ਔਰ ਦਿੱਲੀ ਵਾਲੀ ਜਿਹੜੀ ਇਹ ਘਟਨਾ ਹੈਗੀ ਆ ਜਿਹੜੀ ਕਿ ਇਹ ਵੀ ਨਿੰਦਣਯੋਗ ਆ, ਉਹਦੀ ਗੱਲ ਜਿਹੜੀ ਆ ਹਰ ਥਾਂ ਹੋ ਰਹੀ ਆ। ਔਰ ਬੇਸਿਕਲੀ ਇਹ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੈਗੀ ਆ। ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਜਿਹੜਾ ਉਭਾਰ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਆਇਆ ਸੀਗਾ ਉਹ ਕਿਸਾਨ ਲਹਿਰ ਨੂੰ ਮਜ਼ਬੂਤ ਕਰਨ ਵਾਲਾ ਸੀਗਾ। ਉਹ ਕਿਸਾਨ ਲਹਿਰ ਨੂੰ ਡੈਫੀਨੇਟਲੀ ਉਹਨੇ ਮਜ਼ਬੂਤ ਕੀਤਾ। ਲੋਕਾਂ ਦੇ ਵਿੱਚ ਸਰਕਾਰ ਦੇ ਵਿਰੁੱਧ ਰੋਹ ਵਧਿਆ, ਔਰ ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਜਿਹੜਾ ਜੋਸ਼ ਤੇ ਗੁੱਸਾ ਵਧਿਆ। ਉਹ ਮੈਂ ਸਮਝਣਾ ਵੀ ਉਹਨੂੰ ਠੰਡਾ ਪਾਉਣ ਲਈ, ਉਹਨੂੰ ਬੈਕਫੁੱਟ ਤੇ ਲਿਜਾਣ ਲਈ
ਇਹ ਜਿਹੜੀਆਂ ਸਾਜ਼ਿਸ਼ਾਂ ਆ ਉਹ ਕੀਤੀਆਂ ਜਾ ਰਹੀਆਂ, ਔਰ ਇਹਦੇ ਵਿੱਚ ਉਹਨਾਂ ਨੂੰ ਇਸ ਹੱਦ ਤੱਕ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਬਈ ਉਹ ਭੰਬਲ ਭੂਸੇ ਵਿੱਚ ਪਾਉਣ ਦੇ ਵਿੱਚ ਏਜੰਸੀਆਂ ਔਰ ਜਾਂ ਜਿਹੜੀਆਂ ਵੀ ਇਹ ਤਾਕਤਾਂ ਆ ਕਾਮਯਾਬ ਹੋਈਆਂ। ਜੀ ਅੱਛਾ, ਇਦਾਂ ਪਰ ਸਾਹਿਬ ਜਿਹੜੀ ਸਰਕਾਰ ਆ ਉਹ ਕਿਤੇ ਨਾ ਕਿਤੇ ਸਰਕਾਰ ਤੇ ਉਹਦੀਆਂ ਏਜੰਸੀਆਂ ਇਹ ਕੋਸ਼ਿਸ਼ ਤੇ ਕਰ ਰਹੀਆਂ ਨੇ ਕਿ ਬੈਕਡੋਰ ਚੈਨਲ ਰਾਹੀਂ ਇਹ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਕਿਸਾਨਾਂ ਨਾਲ ਗੱਲ ਕੀਤੀ ਜਾਵੇ, ਤੇ ਉਹ ਕਿਤੇ ਹੱਥ ਪੈਰ ਤੇ ਮਾਰ ਰਹੇ, ਹੋ ਸਕਦਾ ਇਸ ਤਰ੍ਹਾਂ ਇਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਹੋਵੇ। ਕਿਹਾ ਜਾ ਰਿਹਾ ਹੈ ਕਿ ਪਿੱਛੇ ਜੇ ਵੀ ਖਬਰ ਆ ਰਹੀ ਸੀ ਕਿ ਬਾਦਲ ਸਾਹਿਬ ਕਿਤੇ ਸਰਗਰਮ ਹੋ ਰਹੇ ਆ, ਤੇ ਹੋ ਸਕਦਾ ਉਹ ਕਿਤੇ ਕਰਨਗੇ। ਕੈਪਟਨ ਸਾਹਿਬ ਬਾਰੇ ਵੀ ਕਿਹਾ ਜੇ ਕੋਈ ਸਾਲਸੀ ਵਾਲੀ ਭੂਮਿਕਾ ਕੋਈ ਨਿਭਾਉਂਦਾ ਆ ਤੇ ਉਹਦੇ ਵਿੱਚ ਏਡੀ ਬੁਰਾਈ ਵੀ ਨਹੀਂ, ਕਿਉਂਕਿ ਇਹ ਗੱਲਬਾਤ ਤੇ ਆਖਰ ਜਿਹੜੀ ਟੁੱਟੀ ਹੋਈ ਆ ਉਹਨੂੰ ਦੁਬਾਰਾ ਜੋੜਨ ਲਈ ਕੋਈ ਨਾ ਕੋਈ ਤੇ ਵਿੱਚ ਪਏਗਾ ਤੇ ਗੱਲ ਜਿਹੜੀ ਆ ਉਹ ਕਿਸੇ ਪਾਸੇ ਲੱਗਣੀ ਆ। ਤੇ ਇਹ ਗੱਲ ਜਿਹੜੀ ਜਦੋਂ ਆਪਾਂ ਇਹ ਕਹਿ ਕੇ ਭੰਡ ਦਿੰਦੇ ਆ ਕਿ ਫਲਾਣੇ ਨਾਲ ਮੀਟਿੰਗ ਹੋਈ, ਤੇ ਕਿਤੇ ਨਾ ਕਿਤੇ ਇਹ ਵੀ ਮੈਨੂੰ ਲੱਗਦਾ ਹੈ ਕਿ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ, ਕਿਉਂਕਿ ਉਹ ਆਖਰਕਾਰ ਸਰਕਾਰ ਵਿੱਚ ਬੈਠੇ ਬੰਦੇ ਵੀ ਜਿਹੜੇ ਆ ਉਹ ਕੋਈ ਅਛੂਤ ਤਾਂ ਹੈ ਨਹੀਂ ਵੀ ਉਹਨਾਂ ਨੂੰ ਮਿਲਿਆ ਨਹੀਂ ਜਾ ਸਕਦਾ, ਹੈਗੇ ਤੇ ਉਹ ਰਿਪਰੈਜ਼ੈਂਟੇਟਿਵ ਆਪਣੇ ਹੀ ਆ ਨਾ, ਆਪਾਂ ਹੀ ਚੁਣ ਕੇ ਭੇਜੇ ਹੋਏ ਆ। ਹਾਂ, ਉਹਨਾਂ ਦੀ ਹਉਮੈ ਆ ਕਿ ਉਹ ਗੱਲ ਨਹੀਂ ਕਰ ਰਹੇ, ਤੇ ਕੋਈ ਨਾ ਕੋਈ ਤਰੀਕਾਕਾਰ ਉਹ ਲੱਭ ਜ਼ਰੂਰ ਰਹੇ ਪਿੱਛੇ ਕਿ ਕਿਸੇ ਤਰੀਕੇ ਨਾਲ ਜਿਹੜੀ ਖੜੋਤ ਆ ਟੁੱਟ ਸਕੇ। ਹਾਲਾਂ ਉਹਨਾਂ ਨੂੰ ਕੋਈ ਠੋਸ ਆਧਾਰ ਲੱਭ ਨਹੀਂ ਰਿਹਾ ਵੀ ਕਿਹੜੇ ਤਰੀਕੇ ਨਾਲ ਗੱਲ ਕਰ ਚਲਾਉਣ। ਇਹ ਗੱਲ ਤੁਹਾਡੀ ਠੀਕ ਆ ਕਿ ਆਖਰਕਾਰ ਗੱਲਬਾਤ ਨਾਲ ਹੀ ਮਸਲਾ ਨਿਬੜਨਾ ਆ, ਔਰ ਗੱਲਬਾਤ ਕਿਉਂਕਿ ਟੁੱਟੀ ਨੂੰ ਹੁਣ ਬਹੁਤ ਚਿਰ ਹੋ ਗਿਆ, ਮਤਲਬ ਜਨਵਰੀ ਲੰਘੇ ਨੂੰ ਵੀ ਦੇਖੋ, ਹੁਣ 10ਵਾਂ ਮਹੀਨਾ ਵੀ ਮੁੱਕਣ ਵਾਲਾ, ਜਿਹੜਾ ਅਕਤੂਬਰ ਚੱਲ ਰਿਹਾ ਹੈਗਾ। ਇਹ ਮੈਂ ਤੁਹਾਡੀ ਗੱਲ ਸਮਝਦਾ ਹਾਂ, ਪਰ ਗਿੱਲ ਸਾਹਿਬ ਜਿਹੜੀ ਕੋਈ ਬਾਦਲ ਸਾਹਿਬ ਸਾਲਸੀ ਕਰਨ ਜਾਂ ਕੈਪਟਨ ਅਮਰਿੰਦਰ ਸਿੰਘ ਸਾਲਸ ਬਣਨ ਜਾਂ ਕੋਈ ਹੋਰ ਇਸ ਪੱਧਰ ਦੀ ਜਿਹੜਾ ਵਿਅਕਤੀ ਆ, ਕੋਈ ਸ਼ਖਸੀਅਤ ਆ, ਉਹ ਸਾਲਸੀ ਕਰੇ, ਪਰੰਤੂ ਜਿਹੜਾ ਇੱਕ ਅਮਨ ਸਿੰਘ ਨਿਹੰਗ ਜਿਹੜਾ ਕਿ ਇੱਕ ਕ੍ਰਿਮੀਨਲ ਬੈਕਗਰਾਊਂਡ ਦਾ ਸਮਝਿਆ ਜਾਂਦਾ, ਔਰ ਉਹਦੇ ਨਾਲ ਗੁਰਮੀਤ ਸਿੰਘ ਪਿੰਕੀ ਕੈਟ, ਇਹਨਾਂ ਦੀ ਤੁਸੀਂ ਸਮਝਦੇ ਹੋ ਵੀ ਕ੍ਰੈਡੀਬਿਲਿਟੀ ਇੰਨੀ ਵੱਡੀ ਹੈਗੀ ਆ ਭਈ ਇਹ ਸਾਲਸੀ ਕਰ ਸਕਣ। ਇਹ ਆਪਣੇ ਭਰਮ ਦੇ ਵਿੱਚ ਸਰਕਾਰ ਨੂੰ ਕਹਿ ਤਾਂ ਸਕਦੇ ਆ ਬਈ ਅਸੀਂ ਜੀ ਗੱਲ ਕਰਾ ਸਕਦੇ ਆ, ਪਰ ਕੀ ਇਹਨਾਂ ਦੀ ਕ੍ਰੈਡੀਬਿਲਿਟੀ, ਇਹਨਾਂ ਦੀ ਵਿਸ਼ਵਾਸਯੋਗਤਾ ਇੰਨੀ ਹੈਗੀ ਆ ਬਈ ਕਿਸਾਨ ਮੋਰਚਾ ਵੀ ਇਹਨਾਂ ਦੇ ਆਖੇ ਇਲਾਕੇ ਤੁਰ ਪਵੇ ਤੇ ਕੋਈ ਗੱਲ ਜਿਹੜੀ ਆ ਉਹ ਨਿਬੇੜ ਸਕਣ, ਜਾਂ ਇਹਨਾਂ ਨੂੰ ਕੋਈ ਇੰਨੀ ਤੁਸੀਂ ਸਮਝਦੇ ਹੋ ਵੀ ਸੂਝ ਹੈਗੀ ਆ ਵੀ ਇਹ ਮਾਮਲੇ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੋਣ ਤੇ ਦੋਵਾਂ ਧਿਰਾਂ ਨੂੰ ਸਮਝਾ ਸਕਦੇ ਹੋਣ ਵੀ ਤੁਸੀਂ ਇਸ ਤਰੀਕੇ ਨਾਲ ਜਿਹੜੀ ਆ ਉਹ ਗੱਲਬਾਤ ਸਿਰੇ ਚੜਾ ਸਕਦੇ ਆ। ਮੈਨੂੰ ਇਹਨਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਸ਼ੱਕ ਹੈਗਾ, ਪਿੰਕੀ ਕੈਟ ਦੇ ਵੀ ਤੇ ਅਮਨ ਸਿੰਘ ਦੇ ਵੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ, ਇਹਨਾਂ ਦੀ ਕ੍ਰੈਡੀਬਿਲਿਟੀ ਹੈ ਹੀ ਨਹੀਂ। ਸ਼ੱਕ ਵਾਲੀ ਗੱਲ ਤੇ ਕੀ ਹੈ ਨਾ, ਇਹਨਾਂ ਲੋਕਾਂ ਦੀ ਕੀ ਕ੍ਰੈਡੀਬਿਲਿਟੀ ਹੋ ਸਕਦੀ। ਤੇ ਐਡੇ ਵੱਡੇ ਅੰਦੋਲਨ ਨੂੰ ਹੈਂਡਲ ਕਰਨ ਲਈ ਜੇਕਰ ਕੇਂਦਰ ਦੀ ਸਰਕਾਰ ਇਹੋ ਜਿਹੇ ਬੰਦਿਆਂ ਦਾ ਸਹਾਰਾ ਲੈ ਰਹੀ ਹੈ, ਤਾਂ ਫਿਰ ਕਿਤੇ ਨਾ ਕਿਤੇ ਉਹ ਅਜੇ ਮਤਲਬ ਮਸਲੇ ਨੂੰ ਸਮਝ ਹੀ ਨਹੀਂ ਸਕੀ, ਭਾਪ ਹੀ ਨਹੀਂ ਸਕੀ। ਹਾਲਾਂਕਿ ਜਿਹੜੇ ਮੇਘਾਲਿਆ ਦੇ ਹੈਗੇ ਨੇ ਜੀ ਗਵਰਨਰ ਸਾਹਿਬ, ਉਹ ਬਾਰ-ਬਾਰ ਸਰਕਾਰ ਨੂੰ ਚੇਤਾਵਨੀਆਂ ਦੇ ਰਹੇ ਨੇ ਕਿ ਜੇਕਰ ਤੁਸੀਂ ਕਿਸਾਨਾਂ ਦੀ ਗੱਲ ਨਹੀਂ ਸੁਣੀ, ਸਤਿਆਪਾਲ ਮਲਕਰਾਂ ਦੀ ਮੈਂ ਗੱਲ ਕਰ ਰਿਹਾ ਜੀ, ਉਹਨਾਂ ਨੇ ਘੱਟ ਤੋਂ ਘੱਟ 4 ਤੋਂ 5 ਵਾਰੀ ਜਿਹੜਾ ਆ ਇਸ 'ਚ ਦਖਲ ਦਿੱਤਾ ਤੇ ਕੇਂਦਰ ਸਰਕਾਰ ਨੂੰ ਕਿਹਾ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਹੜੇ ਰਾਜਪਾਲ ਹੁੰਦਿਆਂ ਹੋਇਆ ਵੀ ਉਹਨਾਂ ਬੀਜੇਪੀ ਦੇ ਮਤਲਬ ਵੱਲੋਂ ਬਣਾਏ ਹੋਏ ਰਾਜਪਾਲ ਨੇ, ਉਹਨਾਂ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਜਿਹੜੀ ਖਬਰ ਲੱਗੀ ਆ, ਅਜੇ ਮਿਸ਼ਰਾ ਦਾ ਅਸਤੀਫਾ ਵੀ ਮੰਗਿਆ ਤੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਬਾਕੀ ਨਹੀਂ ਰਿਹਾ। ਤੇ ਰਾਜਪਾਲ ਨੇ ਵੀ ਕਿਹਾ ਰਿਹਾ ਕਿ ਜੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਭਾਰਤੀ ਜਨਤਾ ਪਾਰਟੀ ਦੁਬਾਰਾ ਸੱਤਾ ਵਿੱਚ ਨਹੀਂ ਆ ਸਕਦੀ। ਸੋ ਇਹ ਗੱਲਾਂ ਜਿਹੜੀਆਂ ਨੇ ਬੀਜੇਪੀ ਦੇ ਵਿੱਚੋਂ ਉੱਠ ਕੇ ਆ ਰਹੀਆਂ। ਪਿੱਛੇ ਜੇ ਆਪਾਂ ਨੇ ਮੇਨਕਾ ਗਾਂਧੀ ਤੇ ਉਹਦੇ ਬੇਟੇ ਦੀ ਗੱਲ ਵੀ ਕੀਤੀ ਸੀ, ਹਾਲਾਂਕਿ ਉਹਦਾ ਵੀ ਕੱਦ ਏਡਾ ਵੱਡਾ ਨਹੀਂ ਆ ਕਿ ਉਹਦੀ ਕੋਈ ਬਹੁਤੀ ਗੱਲ ਸੁਣੀ ਜਾ ਸਕੇ, ਕਿਉਂਕਿ ਜਿਹੜੇ ਸਿਆਸੀ ਲੋਕ ਨੇ ਇਹਨਾਂ ਦੇ ਪਿੱਛੇ ਗੱਲ ਕੁਝ ਹੋਰ ਕਰ ਰਹੇ ਹੁੰਦੇ ਆ, ਮਨਸ਼ਾ ਕੁਝ ਹੋਰ ਹੁੰਦੀ ਆ। ਕਿਉਂਕਿ ਮੇਨਕਾ ਗਾਂਧੀ ਨੂੰ ਵੀ ਲੱਗਦਾ ਹੈ ਕਿ ਮੇਰਾ ਬੇਟਾ ਜਿਹੜਾ ਆ ਉਹ ਯੂਪੀ ਦਾ ਸੀਐਮ ਬਣ ਸਕਦਾ ਆ। ਕਿ ਇੱਕ ਵਾਰੀ ਇਸ ਤਰ੍ਹਾਂ ਦੇ ਪੋਸਟਰ ਵੀ ਲੱਗੇ ਸੀ ਜਿਸ ਤੋਂ ਕਾਫੀ ਜ਼ਿਆਦਾ ਨਾਰਾਜ਼ਗੀ ਵੀ ਉਹਨਾਂ ਦੀ ਕੇਂਦਰ ਜਿਹੜਾ ਉਹਦੇ ਨਾਲ ਹੋ ਗਈ ਸੀਗੀ। ਸੋ ਉਹਨਾਂ ਦੇ ਇਹ ਪੈਂਤੜੇ ਜਿਹੜੇ ਆ ਨਾ, ਸਿਆਸੀ ਪੈਂਤੜੇ, ਇਹਨਾਂ ਦਾ ਮਕਸਦ ਕੁਝ ਹੋਰ ਹੁੰਦਾ, ਤੇ ਜਿਹੜਾ ਕੁਝ ਇੱਦਾਂ ਦੀ ਸਰਕਾਰ ਕੋਸ਼ਿਸ਼ ਕਰਦੀ ਆ, ਉਹਦੀਆਂ ਏਜੰਸੀਆਂ ਕੋਸ਼ਿਸ਼ ਕਰਦੀਆਂ, ਤੇ ਉਹ ਕੁਝ ਹੋਰ ਤਰੀਕੇ ਨਾਲ ਹੁੰਦਾ। ਹੁਣ ਇਹ ਪਤਾ ਨਹੀਂ ਕਿ ਇਹ ਮਤਲਬ ਕੀ ਬਣੇਗਾ। ਜਿੱਦਾਂ ਮੇਘਾਲਿਆ ਵਾਲੇ ਜਿਹੜੇ ਗਵਰਨਰ ਸਾਹਿਬ ਨੇ, ਉਹਨਾਂ ਦੀ ਗੱਲ ਜਿਹੜੀ ਆ ਉਹ ਮਤਲਬ ਬੜੀ ਰਹਿ ਜਦੋਂ
ਜੰਮੂ ਕਸ਼ਮੀਰ ਚ ਰਹੇ ਉੱਥੇ ਵੀ ਉਹਨਾਂ ਦੀਆਂ ਟਿੱਪਣੀਆਂ ਬਹੁਤ ਵਧੀਆ ਹੁੰਦੀਆਂ ਸੀਗੀਆਂ। ਮਤਲਬ ਉਹ ਇੱਕ ਸੁਲਝੇ ਹੋਏ ਵਿਅਕਤੀ ਲੱਗਦੇ ਨੇ ਕਿਤੇ। ਜਿਹੜੇ ਸਤਪਾਲ ਮਲਕ ਗਵਰਨਰ ਸਾਹਿਬ ਨੇ ਨਾ ਜੀ ਮੇਘਾਲਿਆ ਦੇ, ਇਹ ਜਦੋਂ J&K ਦੇ ਗਵਰਨਰ ਸੀਗੇ, ਇਹਨਾਂ ਨੇ ਦੱਸਿਆ ਆ ਵੀ ਉਸ ਸਮੇਂ ਕਿਸ ਕਿਸਮ ਦੇ ਜਿਹੜੇ ਲੋਕ ਹੈਗੇ ਆ, ਉਹ ਲੋਕਾਂ ਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਸੀਗੀਆਂ, ਉਹਨਾਂ ਦਾ ਜ਼ਿਕਰ ਵੀ ਕੀਤਾ। ਔਰ ਉਹਨਾਂ ਨੇ ਇਹ ਵੀ ਕਿਹਾ ਆ ਵੀ ਬੀਜੇਪੀ ਦੀ ਸਰਕਾਰ ਜਿਹੜੀ ਆ, ਇਹ ਜੰਮੂ ਕਸ਼ਮੀਰ ਨੂੰ ਤੋੜ ਕੇ ਯੂਨੀਅਨ ਟੈਰੀਟਰੀ ਬਣਾ ਕੇ ਵੀ ਕੋਈ ਮਸਲਾ ਹੱਲ ਨਹੀਂ ਕਰ ਸਕੀ। ਇਹਦਾ ਮਤਲਬ ਇਹ ਆ ਕਿ ਇਹ ਜਿਹੜੇ ਤਰੀਕਾਕਾਰ ਜਿਹੜੇ ਵਰਤਦੀ ਆ ਸੈਂਟਰ ਗਵਰਨਮੈਂਟ, ਉਹ ਕਾਮਯਾਬ ਨਹੀਂ ਗਏ। ਤੇ ਇਸੇ ਤਰ੍ਹਾਂ ਉਹਨਾਂ ਨੇ ਕਿਸਾਨਾਂ ਦੇ ਸੰਬੰਧ ਦੇ ਵਿੱਚ ਕੇਵਲ ਹੁਣ ਹੀ ਨਹੀਂ, ਉਹ ਪਹਿਲਾਂ ਵੀ ਇਹ ਕਹਿੰਦੇ ਆ ਰਹੇ ਹੈਗੇ ਆ ਕਿ ਕਹਿੰਦੇ ਵੀ ਮੈਂ ਕਿਸਾਨਾਂ ਦੀ ਜਿਹੜੀ ਮੂਵਮੈਂਟ ਆ, ਉਹਦੀ ਜਿਹੜੀ ਲੋੜ ਹੈਗੀ ਆ, ਉਹਦੀਆਂ ਜਿਹੜੀਆਂ ਮੰਗਾਂ ਆ, ਉਹਨਾਂ ਨੂੰ ਮੈਂ ਸਮਝਦਾ ਆ। ਔਰ ਜੇ ਕਿਸਾਨੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਹ ਸੰਭਵ ਨਹੀਂ ਹੈ। ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਆ, ਉਹਨਾਂ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਆ। ਸਤਪਾਲ ਮਲਕ ਤਾਂ ਨਿਡਰ ਨਿਸ਼ੰਗ ਹੋ ਕੇ ਇਹ ਗੱਲ ਕਰਦੇ ਆ, ਔਰ ਇਹ ਕਹਿੰਦੇ ਆ ਵੀ ਜਿਹੜਾ ਮੇਰਾ ਗਵਰਨਰ ਦਾ ਉਹਦਾ ਇਹ ਜੇ ਜਾਂਦਾ ਵੀ ਹੈ ਤਾਂ ਜਾਂਦਾ ਰਵੇ, ਮੈਂ ਕਿਸਾਨਾਂ ਦੇ ਨਾਲ ਡਟ ਕੇ ਖੜਾ ਆ। ਔਰ ਇਹ ਜਿਹੜੀ ਹੁਣ ਉਹਨਾਂ ਨੇ ਗੱਲ ਕੀਤੀ ਆ, ਇਹ ਪਹਿਲਾਂ ਵੀ ਉਹ ਕਰਦੇ ਆ ਰਹੇ ਆ। ਔਰ ਇਹ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਆ ਕਿ ਉਹ ਗਵਰਨਰ ਹੁੰਦੇ ਹੋਏ ਵੀ ਇਹ ਗੱਲ ਕਹਿ ਰਹੇ ਆ ਕਿ ਭਾਵੇਂ ਕਿ ਦੂਸਰੇ ਲੋਕ ਵੀ ਕਹਿ ਰਹੇ ਆ, ਬੜੀ ਵਾਜਬ ਮੰਗ ਆ ਬਈ ਇੱਕ ਕਾਤਲ ਦਾ ਬਾਪ ਜਿਹੜਾ ਹੈਗਾ, ਉਹ 20 ਕਤਲ ਦੇ ਵਿੱਚ ਸ਼ਾਮਲ ਆ, ਤੇ ਉਹਨੂੰ ਇਸ ਜਿਹੜੀ ਹੈਗੀ ਆ ਕੈਬਨਿਟ ਆ, ਉਹਦੇ ਉੱਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਇਹ ਬਿਲਕੁਲ ਉਹਨਾਂ ਦੀ ਸਹੀ ਗੱਲ ਹੈ। ਔਰ ਲੋਕ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ, ਅਸੀਂ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿ ਉਹ ਸਹੀ ਮੰਗ ਕਰ ਰਹੇ ਹੈਗੇ ਆ ਸਤਪਾਲ ਮਲਕ ਜੀ। ਵੈਸੇ ਆਪਣੀ ਕਾਲੋ ਸਾਹਿਬ ਆਮ ਰਵਾਇਤ ਇਹ ਆ ਕਿ ਜਿਹੜਾ ਨਸ਼ਾ ਹੁੰਦਾ ਨਾ ਜੀ ਸੱਤਾ ਦਾ, ਉਹ ਬੜਾ ਭੈੜਾ ਹੁੰਦਾ। ਇੱਕ ਵਿਅਕਤੀ ਨੇ ਵਿਜੇ ਸਾਂਪਲਾਰੀ, ਸਾਨੂੰ ਸਭ ਨੂੰ ਪਤਾ ਕਿ ਉਹ ਬੜੇ ਗਰੀਬ ਘਰਾਣੇ ਚੋਂ ਸੀਗੇ ਤੇ ਦੁਬਈ ਜਾ ਕੇ ਲੇਬਰ ਕਰਦੇ ਰਹੇ ਨੇ। ਤੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਅਸੀਂ ਸਾਰੇ ਬੜੇ ਖੁਸ਼ ਹੋਏ ਸੀ ਕਿ ਚਲੋ ਬੀਜੇਪੀ 'ਚ ਵੀ ਕੁਝ ਐਸੇ ਲੋਕ ਵੀ ਨੇ ਜਿਹੜੇ ਸੱਚੀ ਮੁੱਚੀ ਹਾਰਡ ਵਰਕਰ ਔਰ ਗਰੀਬੀ 'ਚ ਉੱਠ ਕੇ ਗਏ ਨੇ ਤੇ ਲੋਕਾਂ ਦੇ ਦਰਦ ਸਮਝਦੇ ਹੋਣਗੇ। ਇਹ ਵਿਅਕਤੀ ਜਦੋਂ ਥੋੜਾ ਸਮਾਂ ਰਾਜ ਭਾਗ ਮਾਣ ਲੈਂਦੇ ਆ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਵੀ ਜਿਹੜਾ ਹੁਕਮਰਾਨਾਂ ਵਾਲਾ ਫਤੂਰ ਹੈ ਉਹ ਚੜ ਜਾਂਦਾ। ਤੇ ਵਿਜੇ ਸਾਂਪਲਾਰਾਂ ਦੇ ਵੀ ਅੱਜ ਕੱਲ੍ਹ ਬਿਆਨ ਉਲਟੇ ਸਿੱਧੇ ਆ ਰਹੇ ਹੋਣ ਤੇ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਚਿੱਠੀ ਲਿਖ ਕੇ ਮੱਤਾਂ ਦੇ ਰਹੇ ਆ ਕਿ ਉਹ ਜਿਹੜਾ ਵਿਅਕਤੀ ਆ, ਉਹਦਾ ਜਿਹੜਾ ਅੰਤਮ ਸੰਸਕਾਰ ਆ ਉਹ ਪੂਰੀਆਂ ਰਵਾਇਤਾਂ ਨਾਲ ਹੋਵੇ, ਇਹ ਹੋਵੇ ਉਹ ਹੋਵੇ। ਯਾਨੀ ਕਿ ਵਿਜੇ ਸਾਂਪਲਾਰੀ ਵੀ ਜਿਹੜਾ ਇਹ 'ਚ ਦਖਲਅੰਦਾਜ਼ੀ ਜਿਹੜੀ ਆ ਉਹ ਪਿਛਲੇ 3 ਦਿਨਾਂ ਤੋਂ ਲਗਾਤਾਰ ਕਰਦੇ ਆ ਰਹੇ ਆ। ਵਿਜੇ ਸਾਂਪਲਾ ਦੇਖੋ ਜੀ, ਇਹ ਠੀਕ ਆ ਕਿ ਉਹ ਮਜ਼ਦੂਰੀ ਵੀ ਕਰਦੇ ਰਹੇ ਆ, ਪਰ ਇਹ ਬਹੁਤ ਘੱਟ ਲੋਕ ਯਾਦ ਰੱਖਦੇ ਆ। ਔਰ ਜਦੋਂ ਬੀਜੇਪੀ ਦੇ ਵਿੱਚ ਉਹ ਸ਼ਾਮਲ ਹੁੰਦੇ ਆ ਤਾਂ ਉਹ ਇੱਕ ਮਜ਼ਦੂਰੀ ਕਰਨ ਵਾਲੇ ਦੇ ਤੌਰ ਤੇ ਨਹੀਂ ਸ਼ਾਮਲ ਹੁੰਦੇ, ਉਹ ਬੀਜੇਪੀ ਦੀਆਂ ਪਾਲਿਸੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੰਨ ਕੇ ਸ਼ਾਮਲ ਹੁੰਦੇ ਆ। ਔਰ ਬੀਜੇਪੀ ਵੀ ਜਿਹੜੀ ਆ ਉਹਨਾਂ ਨੂੰ ਮਜਬੂਰੀ ਦੇ ਵਿੱਚ ਲੈਂਦੀ ਆ, ਕਿਉਂਕਿ ਜਿਹੜੇ ਰਿਜ਼ਰਵ ਹਲਕੇ ਹੈਗੇ ਆ ਉਹਨਾਂ ਦੇ ਵਿੱਚੋਂ ਉਹਨਾਂ ਨੇ ਉਮੀਦਵਾਰ ਖੜੇ ਕਰਨੇ ਹੁੰਦੇ ਆ ਔਰ ਰਿਜ਼ਰਵ ਵੋਟਾਂ ਲੈਣੀਆਂ ਹੁੰਦੀਆਂ। ਇਸੇ ਕਰਕੇ ਉਹਨਾਂ ਨੂੰ ਜਿਹੜੀ ਪਿਛਲੀ ਸਰਕਾਰ ਸੀਗੀ ਬੀਜੇਪੀ ਦੀ, ਉਹਦੇ ਵਿੱਚ ਮੰਤਰੀ ਪਦ ਦਾ ਅਹੁਦਾ ਵੀ ਦਿੱਤਾ ਗਿਆ ਸੀਗਾ। ਤੇ ਉਹਨਾਂ ਨੇ ਕਦੀ ਵੀ ਕੋਈ ਜਿਹੜਾ ਨੇਕ ਨੀਤੀ ਵਾਲਾ ਕੰਮ ਨਹੀਂ ਕੀਤਾ ਸੀਗਾ। ਸਮਝ ਉਹਨਾਂ ਦੀ ਇੰਨੀ ਆ ਵੀ ਉਹ ਨਾ ਉਹਨਾਂ ਦਿਨਾਂ ਦੇ ਵਿੱਚ ਇੱਥੇ ਟੋਰਾਂਟੋ ਆਏ ਸੀਗੇ ਜੀ, ਤੇ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਭਈ ਦੇਖੋ ਜੀ, ਆਹ ਸਿਲੇਬਸ ਜਿਹੜੇ ਹੈਗੇ ਆ ਇਹ ਬੀਜੇਪੀ ਦੇ ਹੱਕ ਦੇ ਵਿੱਚ ਬਦਲੇ ਜਾ ਰਹੇ ਆ, ਇਹਨਾਂ ਦੇ ਵਿੱਚੋਂ ਜਿਹੜੇ ਸੈਕੂਲਰ ਲੋਕ ਹੈਗੇ ਆ ਜਾਂ ਜਿਹੜੇ ਲੋਕ ਪੱਖੀ ਸਿਲੇਬਸ ਹੈਗੇ ਆ ਉਹ ਬਦਲੇ ਜਾ ਰਹੇ ਆ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਤੇ ਉਹ ਕਹਿੰਦੇ ਜੀ ਤੁਹਾਨੂੰ ਪਤਾ ਵੀ ਸਿਲੇਬਸ ਤਾਂ ਹਮੇਸ਼ਾ ਬਦਲੇ ਜਾਂਦੇ ਆ। ਤੇ ਉਹਨਾਂ ਨੇ ਗੱਲ ਹੀ ਜਿਹੜੀ ਆ ਉਹ ਮਤਲਬ ਇੱਧਰ ਉੱਧਰ ਤੋੜ ਦਿੱਤੀ। ਮਤਲਬ ਤਾਂ ਪੁੱਛਣ ਵਾਲਿਆਂ ਦਾ ਮਤਲਬ ਤਾਂ ਇਹ ਸੀਗਾ ਕਿ ਤੁਸੀਂ ਐਜੂਕੇਸ਼ਨ ਦਾ ਕਮਿਊਨਲਾਈਜੇਸ਼ਨ ਕਰ ਰਹੇ ਹੋ, ਭਗਵਾਂਕਰਨ ਕਰ ਰਹੇ ਹੋ। ਭਗਵਾਂਕਰਨ ਜਦੋਂ ਮੁਰਲੀ ਮਨੋਹਰ ਜੋਸ਼ੀ ਰਾਣੇ ਬਥੇਰਾ ਕਰਕੇ ਗਏ ਸੀਗੇ ਜੇ ਵਾਜਪਾਈ ਵੇਲੇ ਵੀ, ਉਹ 'ਚ ਕੋਈ ਸ਼ੱਕ ਨਹੀਂ। ਸੰਪਰਦਾਇਕਤਾ ਜਿਹੜੀ ਆ ਉਹ ਤੁਸੀਂ ਫੈਲਾ ਰਹੇ ਆ ਐਜੂਕੇਸ਼ਨ ਦੇ ਵਿੱਚ। ਤੇ ਉਹਨਾਂ ਨੇ ਜਵਾਬ ਇਹਦਾ ਇਹ ਦਿੱਤਾ ਜੀ, ਉਹ ਸਿਲੇਬਸ ਤੁਹਾਨੂੰ ਪਤਾ ਹੀ ਆ ਵੀ 2-4 ਸਾਲਾਂ ਬਾਅਦ ਬਦਲੇ ਹੀ ਜਾਂਦੇ ਆ। ਸੋ ਉਹਨਾਂ ਦੀ ਸਮਝ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ। ਤੇ ਫਿਰ
ਪੱਤਰਕਾਰਾਂ ਨੇ ਉਹਨਾਂ ਨੂੰ ਕੋਈ ਸਵਾਲ ਹੀ ਨਹੀਂ ਕੀਤਾ ਤੇ ਉਹ ਉੱਠ ਕੇ ਚਲ ਗਏ ਸੀਗੇ ਵੀ। ਮੈਨੂੰ ਲੱਗਦਾ ਸਰ ਉਹਨਾਂ ਦੀ ਸਮਝਦਾਰੀ ਦਾ ਸਵਾਲ ਨਹੀਂ ਆ, ਸਵਾਲ ਹੈ ਉਹਨਾਂ ਦੀ ਚਲਾਕੀ ਦਾ ਕਿ ਉਹ ਇਹਨਾਂ ਸਵਾਲਾਂ ਨੂੰ ਕਿੱਦਾਂ ਟਾਲਣਾ ਚਾਹੁੰਦੇ ਹੁੰਦੇ ਆ ਇਹ ਲੋਕ। ਇਹ ਸਿਆਸਤਦਾਨ ਬੜੇ ਚਲਾਕ ਹੁੰਦੇ ਆ, ਇਹਨਾਂ ਨੂੰ ਪਤਾ ਹੁੰਦਾ ਵੈਸੇ ਮੈਨੂੰ ਪੁੱਛਿਆ ਕੀ ਜਾ ਰਿਹਾ, ਉਹ ਗੱਲ ਨੂੰ ਦੂਜੇ ਪਾਸੇ ਪਾਉਣ ਲਈ ਜਾਂ ਭੋਲੇ ਬਣ ਕੇ ਕਈ ਵਾਰ ਇਸ ਤਰ੍ਹਾਂ ਦੀ ਗੱਲ ਕਰ ਦਿੰਦੇ ਆ, ਪਤਾ ਇਹਨਾਂ ਨੂੰ ਸਾਰਾ ਕੁਝ ਹੁੰਦਾ। ਤੇ ਇਹ ਨਾਲ ਅੱਛਾ ਮੇਰੇ ਦਿਮਾਗ 'ਚ ਇਹ ਗੱਲ ਚੱਲ ਰਹੀ ਹੈ ਇਸ ਵੇਲੇ ਕਿ ਆਪਾਂ ਬਹੁਤ ਕਹਿੰਦੇ ਆ ਕਿ ਜਿਵੇਂ ਪਿੱਛੇ ਰੌਲਾ ਪਿਆ ਕਿ ਜੱਟ ਚਾਹੀਦਾ ਜੀ, ਪੰਜਾਬ ਦਾ ਸੀਐਮ ਦਲਿਤ ਚਾਹੀਦਾ ਆ, ਤੇ ਇਹ ਜਿਹੜੇ ਮਤਲਬ ਲੋਕ ਸਮਾਜ ਦੇ ਦੱਬੇ ਕੁਚਲੇ ਵਰਗ 'ਚੋਂ ਵੀ ਆ ਕੇ ਇਹਨਾਂ ਹਾਕਮ ਜਮਾਤਾਂ ਦਾ ਇੱਕ ਟੂਲ ਬਣ ਜਾਂਦੇ ਆ, ਤੇ ਇਹਦੇ ਨਾਲ ਜਿਹੜੀ ਆਪਾਂ ਲੋਕ ਖੁਸ਼ੀ ਜ਼ਾਹਰ ਕਰਦੇ ਨੇ, ਜਿੱਦਾਂ ਮੈਂ ਸ਼ੁਰੂ 'ਚ ਵੀ ਕਿਹਾ, ਤੁਸੀਂ ਕਿਹਾ ਕਿ ਉਹ ਪਾਲਿਸੀ ਅਡਾਪਟ ਕਰਕੇ ਆਇਆ ਹੋਵੇਗਾ, ਤੇ ਬਹੁਤ ਸਾਰੇ ਲੋਕਾਂ ਨੂੰ ਇਹਦੇ ਨਾਲ ਇਹ ਸਕੂਨ ਮਿਲ ਜਾਂਦਾ ਹੈ ਕਿ ਸਾਡੀ ਜਾਤੀ ਦਾ ਇੱਕ ਵਿਅਕਤੀ ਜਿਹੜਾ ਵੇਖੋ ਜੀ ਕਿਹੜੇ ਅਹੁਦੇ ਤੇ ਪਹੁੰਚ ਗਿਆ, ਉਹਦਾ ਉਸ ਸਮਾਜ ਨੂੰ ਕੀ ਫਾਇਦਾ ਹੁੰਦਾ। ਜਿਹੜੇ ਲੋਕ ਇਸ ਤਰ੍ਹਾਂ ਮਤਲਬ ਬਹੁਤ ਸਾਰੀਆਂ ਗੱਲ ਕਈ ਸਿੱਖ ਵੀ ਕਹਿੰਦੇ ਨੇ, ਵੇਖੋ ਜੀ ਜਨਰਲ ਸਾਡਾ ਸਿੱਖ ਬਣ ਗਿਆ ਸੀਗਾ, ਚਲੋ ਹਾਲਾਂ ਉਹ ਆਪਣੇ ਜਿਹੜੀ ਲਿਆਕਤ ਦੇ ਨਾਲ ਬਣਦੇ ਨੇ। ਮਨਮੋਹਨ ਸਿੰਘ ਸਿੱਖ ਸੀਗਾ ਜੀ, ਤੇ ਵੇਖੋ ਜੀ ਸਿੱਖਾਂ ਨੂੰ ਬਰਾਬਰ ਦੇ ਅਧਿਕਾਰ ਨੇ, ਇਸ ਤਰ੍ਹਾਂ ਦਾ ਜਿਹੜਾ ਫਿਰ ਉਹ ਬਰਤਾਂਤ ਬਣਾ ਦਿੰਦੇ ਆ। ਪੰਜਾਬ ਦਾ ਹਿੰਦੁਸਤਾਨ ਦਾ ਰਾਸ਼ਟਰਪਤੀ ਵੀ ਸਿੱਖ ਰਿਹਾ ਜੀ, ਹਿੰਦੁਸਤਾਨ ਦਾ ਰਾਸ਼ਟਰਪਤੀ ਮੁਸਲਮਾਨ ਵੀ ਇੱਕ ਤੋਂ ਵੱਧ ਵਾਰ ਰਿਹਾ, ਯਾਨੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹੁਣ ਦਲਿਤ ਆ ਜੀ ਭਾਰਤ ਦਾ ਰਾਸ਼ਟਰਪਤੀ, ਤੇ ਦੂਜੇ ਪਾਸੇ ਦਲਿਤਾਂ ਦੀ ਉਹ ਬੁਰੀ ਹਾਲਤ ਕੀਤੀ ਹੋਈ ਆ ਬੀਜੇਪੀ ਨੇ, ਆਪਾਂ ਸਾਰੇ ਜਾਣਦੇ ਹਾਂ। ਸੋ ਇਹ ਜਿਹੜਾ ਇੱਕਾ ਦੁੱਕਾ ਲੋਕਾਂ ਨੂੰ ਇੱਦਾਂ ਲੈ ਆਉਣਾ, ਤੇ ਲੋਕ ਇਹਦੇ ਨਾਲ ਹੀ ਕਿਤੇ ਨਾ ਕਿਤੇ ਸੈਟਿਸਫਾਈ ਹੋ ਜਾਂਦੇ ਆ ਕਿ ਸਾਡੀ ਰਿਪਰੈਜ਼ੈਂਟੇਸ਼ਨ ਹੈ। ਹੁਣ ਕੋਵਿੰਦ ਸਾਹਿਬ ਨੇ ਤੇ ਭਾਰਤ ਦੇ ਸਭ ਤੋਂ ਉੱਚੇ ਅਹੁਦੇ ਤੇ ਬੈਠੇ ਹੋਏ ਆ, ਤੇ ਦਲਿਤਾਂ ਦੀ ਕਿੰਨੀ ਕੁ ਉਹਦੇ ਨਾਲ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋ ਗਈ ਜੀ। ਕੀ ਕੋਈ ਸਧਾਰਨ ਦਲਿਤ, ਮੇਰੇ ਪਿੰਡ ਦਾ ਇੱਕ ਗਰੀਬ ਦਲਿਤ, ਉਹ ਰਾਸ਼ਟਰਪਤੀ ਨੂੰ ਜਾ ਕੇ ਆਪਣਾ ਕੋਈ ਦੁੱਖੜਾ ਦੱਸ ਸਕਦਾ? ਜਿਹੜਾ ਕੋਵਿੰਦ ਸਾਹਿਬ ਨੂੰ ਰਾਸ਼ਟਰਪਤੀ ਬਣਾਇਆ ਨਾ ਜੀ, ਉਹ ਇੱਕ ਮਖੌਟਾ ਆ ਵੀ ਦੇਖੋ ਜੀ ਇਹ ਦਲਿਤ ਅਸੀਂ ਰਾਸ਼ਟਰਪਤੀ ਬਣਾਤਾ। ਮੈਨੂੰ ਤਾਂ ਲੱਗਦਾ ਸਾਰੇ ਮਖੌਟੇ ਹੁੰਦੇ ਆ ਜਿਹੜੇ ਜਾਤੀ ਆਧਾਰ ਬਣਾਏ ਜਾਂਦੇ, ਸਾਰੇ ਮਖੌਟੇ ਹੁੰਦੇ ਸਰ, ਇਕੱਲੇ ਕੋਵਿੰਦ ਸਾਹਿਬ ਹੀ ਨਹੀਂ। ਇਹ ਜਿਹੜੇ ਆ ਜੀ, ਭਾਵੇਂ ਕੋਈ ਵੀ ਮਖੌਟਾ ਬਣਾਇਆ ਜਾਵੇ, ਭਾਵੇਂ ਕੋਈ ਦਲਿਤ ਬਣਾਇਆ ਜਾਵੇ, ਮੁਸਲਮਾਨ ਬਣਾਇਆ ਜਾਵੇ, ਸਿੱਖ ਬਣਾਇਆ ਜਾਵੇ, ਉਹਦੇ ਨਾਲ ਉਹ ਇੱਕ ਉਹਨਾਂ ਨੂੰ ਦਿਖਾਉਣ ਲਈ, ਚਿਹਰਾ ਦਿਖਾਉਣ ਲਈ ਹੁੰਦਾ ਹੈਗਾ। ਬਾਕੀ ਉਸ ਜਾਤੀ ਦੇ ਜਾਂ ਸਾਰੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਹੁਣ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜੇ ਆ ਉਹ ਪਹਿਲਾਂ ਹਿੰਦੂ ਵੀ ਰਹੇ ਆ, ਤੇ ਕੀ ਸਾਰੇ ਹਿੰਦੂਆਂ ਨੂੰ ਸੁੱਖ ਦਾ ਸਾਹ ਆਉਣ ਲੱਗ ਪਿਆ ਸੀ ਉਹਦੇ ਨਾਲ? ਫਿਰ ਰਾਮਗੜੀਆ ਜਿਹੜੇ ਗਿਆਨੀ ਜੈਲ ਸਿੰਘ ਆ ਉਹ ਵੀ ਰਹੇ ਆ, ਕੀ ਰਾਮਗੜੀਏ ਤਰ ਗਏ ਸਾਰੇ ਉਹਦੇ ਨਾਲ? ਫਿਰ ਆਪਣੇ ਬਾਦਲ ਸਾਹਿਬ ਤੇ ਦਰਬਾਰਾ ਸਿੰਘ ਜੱਟ ਵੀ ਰਹੇ ਹੈਗੇ ਆ, ਬੇਅੰਤ ਸਿੰਘ ਵੀ ਜੱਟ ਰਹੇ ਆ, ਕੀ ਇਹ ਜੱਟਾਂ ਦਾ ਭਲਾ ਹੋ ਗਿਆ ਉਹਦੇ ਨਾਲ? ਹੁਣ ਇਹ ਚੰਨੀ ਸਾਹਿਬ ਜਿਹੜੇ ਦਲਿਤ ਭਾਈਚਾਰੇ ਚੋਂ ਬਣੇ ਹੈਗੇ ਆ, ਤੇ ਉਹ ਤਾਂ ਇਸ ਗੱਲ 'ਚ ਹੀ ਬੜੇ ਲੱਗੇ ਆ, ਜੇ ਤੱਕ ਉਹਨਾਂ ਨੇ ਕੋਈ ਕਿਸੇ ਦਾ ਭਲਾ ਦਾ ਕੀ ਕਰਨਾ। ਉਹ ਕਹਿੰਦੇ ਜੀ ਉਹਨਾਂ ਨੂੰ ਨਾ, ਮਤਲਬ ਉਹਨਾਂ ਦੇ ਡਾਕਟਰਾਂ ਨੇ ਸਲਾਹ ਦਿੱਤੀ ਵੀ ਇਹ ਕਿਤੇ ਪਾਗਲ ਹੀ ਨਾ ਹੋ ਜਾਣ। ਜਦੋਂ ਉਹਨਾਂ ਨੇ ਮੁੱਖ ਮੰਤਰੀ ਦੀ ਸਹੁੰ ਚੁੱਕ ਲਈ ਨਾ, ਤੇ 2-4 ਦਿਨ 5 ਦਿਨ ਉਹ ਸੁੱਤੇ ਹੀ ਨਹੀਂ। ਮਤਲਬ ਉਹਨਾਂ ਨੂੰ ਇਦਾਂ ਹੀ ਲੱਗਿਆ ਵੀ ਮੈਂ ਕਿੱਦਾਂ ਮੁੱਖ ਮੰਤਰੀ ਬਣ ਗਿਆ, ਬੱਲੇ ਬੱਲੇ ਬੱਲੇ। ਤੇ ਹੁਣ ਕਦੀ ਰਾਹ 'ਚ ਜਲੇਬੀਆਂ ਖਾਣ ਲੱਗ ਪੈਂਦੇ ਆ, ਕਦੀ ਹੋਰ ਇਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਇਹ ਆਪਣੀ ਪ੍ਰੋਜੈਕਸ਼ਨ ਇਸ ਤਰੀਕੇ ਨਾਲ ਕਰਨ ਵਾਲਾ ਗੱਲ ਤਾਂ ਹੋ ਸਕਦੀ ਆ, ਲੋਕਾਂ ਦਾ ਭਲਾ ਇਹਦੇ ਨਾਲ ਕੋਈ ਨਹੀਂ ਹੋ ਸਕਦਾ। ਲੋਕਾਂ ਦਾ ਭਲਾ ਲੋਕ ਪੱਖੀ ਪਾਲਿਸੀਆਂ ਵਾਲਾ ਜਿਹੜਾ ਮੁੱਖ ਮੰਤਰੀ ਆਏਗਾ, ਲੋਕਾਂ ਦੇ ਭਲੇ ਬਾਰੇ ਸੋਚਣ ਵਾਲਾ ਜਿਹੜਾ ਮੁੱਖ ਮੰਤਰੀ ਆਏਗਾ, ਲੋਕਾਂ ਦੇ ਕਸ਼ਟ ਨਿਵਾਰਨ ਵਾਲਾ ਜਿਹੜਾ ਮੁੱਖ ਮੰਤਰੀ ਆਏਗਾ, ਉਹਦੇ ਨਾਲ ਭਲਾ ਹੋਣਾ ਆ। ਔਰ ਉਹ ਸਮੁੱਚੇ ਪੰਜਾਬੀਆਂ ਦਾ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਸਮਝੇਗਾ, ਉਹਦਾ ਭਲਾ ਹੋਣਾ ਆ। ਇਹ ਜਾਤਾਂ ਪਾਤਾਂ ਨਾਲ ਜਾਂ ਕਿਸੇ ਖਾਸ ਫਿਰਕੇ ਦੇ ਮੁੱਖ ਮੰਤਰੀ ਬਣਨ ਨਾਲ ਨਾ ਹੀ ਕਿਸੇ ਦੇਸ਼ ਦਾ ਤੇ ਨਾ ਹੀ ਕਿਸੇ ਸੂਬੇ ਦਾ ਭਲਾ ਹੋ ਸਕਦਾ ਜੀ। ਸਤਿਆਪਾਲ ਮਲਕ ਵਰਗੇ ਵਿਅਕਤੀ ਜਿਨ੍ਹਾਂ ਦੇ ਮੱਥੇ 'ਚ ਕੋਈ ਦੀਪਕ ਜਗਦਾ ਲੋ ਹੈ, ਉਹ ਵਿਅਕਤੀ ਭਾਵੇਂ ਬ੍ਰਾਹਮਣਾਂ ਦੇ ਘਰ ਪੈਦਾ ਹੋਇਆ ਹੋਵੇ ਤੇ ਭਾਵੇਂ ਕਿਸੇ ਦਲਿਤ ਦੇ ਘਰ, ਉਹਨੇ ਸੱਚੀ ਗੱਲ ਕਹਿਣੀ ਹੁੰਦੀ ਹੈ, ਤੇ ਉਹੋ ਜਿਹੇ ਵਿਅਕਤੀਆਂ ਦਾ ਹੀ ਅੱਗੇ ਆਉਣਾ ਜਿਹੜਾ ਵਾ ਕਿਤੇ ਨਾ ਕਿਤੇ ਜਿਹੜਾ ਉਹ ਸਮਾਜ ਲਈ ਕੋਈ ਲਾਹੇਵੰਦਾ ਹੋ ਸਕਦਾ ਆ। ਤੇ ਜਿਹੜੀਆਂ ਗਿਣਤੀਆਂ ਮਿਣਤੀਆਂ ਕਰਕੇ ਬਣਾਏ ਜਾਂਦੇ ਆ ਕਿ ਦਲਿਤ ਆ, ਇਹ ਸਿੱਖ ਆ, ਇਹ ਮੁਸਲਮਾਨ ਕੋਚੋਂ ਆ,
ਤੇ ਜਾਂ ਇਹ ਫਲਾਣੇ ਵਰਗ ਦੀ ਨੁਮਾਇੰਦਗੀ ਕਰਦਾ, ਉਹ ਕਿਸੇ ਵੀ ਆਪਣੇ ਸਮਾਜ ਦਾ ਕੁਝ ਵੀ ਸਵਾਰ ਨਹੀਂ ਸਕਦਾ। ਵੈਸੇ ਜੇ ਵੇਖੀਏ ਤੇ ਮਾਇਆਵਤੀ 5 ਵਾਰ ਹੁਣ ਸੀਐਮ ਬਣ ਚੁੱਕੀ ਆ, ਉਹਨੇ ਦਲਿਤ ਭਾਈਚਾਰੇ ਦਾ ਕੀ ਸਵਾਰਿਆ, ਆਪ ਉਹ ਕਰੋੜਾਂ ਰੁਪਏ ਇਕੱਠੇ ਕਰਕੇ ਜ਼ਰੂਰ ਬੈਠ ਗਈ ਆ। ਅਗਲੀ ਖਬਰ ਵੱਲ ਵਧਦੇ ਆ ਜੀ। ਲਖੀਮਪੁਰ ਖੇੜੀ ਦੀ ਜਿਹੜੀ ਘਟਨਾ ਹੋਈ ਆ, ਉਹਦੇ ਵਿੱਚ 4 ਦੋਸ਼ੀ ਹੋਰ ਗ੍ਰਿਫਤਾਰ ਕੀਤੇ ਗਏ ਆ। ਉਹ ਕਿਹਾ ਜਾਂਦਾ ਕਿ ਥਾਰ ਵਿੱਚ ਬੈਠਾ ਹੋਇਆ ਇੱਕ ਵਿਅਕਤੀ ਹੋਰ ਉਹਦੀ ਨਿਸ਼ਾਨਦੇਹੀ ਹੋਈ ਆ ਤੇ ਉਹਨੂੰ ਵੀ ਅਰੈਸਟ ਕੀਤਾ ਗਿਆ ਜੀ। ਇਹ ਬਿਲਕੁਲ ਚੰਗੀ ਗੱਲ ਹੋਈ ਆ ਜੀ। ਇਹ ਤੁਸੀਂ ਅੱਗੇ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਇੱਕ ਦੋਸ਼ੀ ਆ ਉਹਨੇ ਆਪਣੇ ਹਥਿਆਰ ਜਿਹੜੇ ਆ ਉਹ ਆਪਣੀ ਲਖਨਊ ਦੀ ਰਿਹਾਇਸ਼ ਦੇ ਉੱਤੇ ਲੁਕਾਏ ਤੇ ਆਪ ਉਹ ਹੋਟਲ ਵਿੱਚ ਚਲਾ ਗਿਆ ਤੇ ਉਹਨੂੰ ਜਦੋਂ ਇੰਟਰੋਗੇਟ ਕੀਤਾ ਗਿਆ ਤਾਂ ਉਹਨੇ ਇਹ ਸਾਰੇ ਜਿਹੜੇ ਥਾਵਾਂ ਦੀ ਸ਼ਨਾਖਤ ਕਰਕੇ ਤੇ ਹਥਿਆਰ ਫੜਾਤੇ। ਔਰ ਇਹ ਜਿਹੜੀ ਗੱਲ ਆ ਇਹ ਚੰਗੀ ਗੱਲ ਹੈਗੀ ਆ। ਔਰ ਇਹਦੇ ਵਿੱਚ ਇਨਸਾਫ ਮਿਲਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣਦੀਆਂ ਆ। ਤੇ ਨਾਲ ਦੀ ਨਾਲ ਭਾਵੇਂ ਕਿ ਹੁਣ ਇੱਧਰ ਜਿਹੜਾ ਲੋਕਾਂ ਦਾ ਗੁੱਸਾ ਆ, ਲੋਕਾਂ ਦਾ ਜਿਹੜਾ ਰੋਹ ਆ, ਉਹਨੂੰ ਦਿੱਲੀ ਦੀਆਂ ਘਟਨਾਵਾਂ ਨਾਲ ਇਹ ਜਿਹੜੇ ਨਿਹੰਗ ਸਿੰਘਾਂ ਨੇ ਕਤਲ ਕੀਤੇ, ਇਹੋ ਜਿਹੀਆਂ ਘਟਨਾਵਾਂ ਨਾਲ ਉਹਨਾਂ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਪਰ ਫਿਰ ਵੀ ਲੋਕਾਂ ਦਾ ਜਿਹੜਾ ਰੋਹ ਹੈ, ਜਿਸ ਹਿਸਾਬ ਨਾਲ ਜਿਹੜੇ ਸ਼ਹੀਦ ਹੋਏ ਕਿਸਾਨ ਤੇ ਇੱਕ ਪੱਤਰਕਾਰ, ਉਹਨਾਂ ਦੇ ਭੋਗ ਦੇ ਉੱਤੇ ਜਿੰਨੇ ਲੋਕ ਇਕੱਠੇ ਹੋਏ ਸੀਗੇ, ਜਿੰਨੀ ਸਪੋਰਟ ਜਿਹੜੀ ਹੈਗੀ ਆ ਇਸ ਮੂਵਮੈਂਟ ਨੂੰ ਮਿਲੀ ਭਾਰਤ ਦੇ ਵਿੱਚ ਔਰ ਭਾਰਤ ਦੇ ਬਾਹਰ ਵੀ, ਉਹਦਾ ਅਸਰ ਵੀ ਇਹ ਮੰਨਿਆ ਜਾ ਸਕਦਾ ਆ। ਔਰ ਇਹ ਚੰਗੀ ਗੱਲ ਆ ਕਿ ਜਿੰਨੇ ਵੀ ਦੋਸ਼ੀ ਹੈਗੇ ਆ ਉਹ ਸਾਰੇ ਦੇ ਸਾਰੇ ਫੜੇ ਜਾਣ। ਔਰ ਜਿਵੇਂ ਮੰਗ ਕੀਤੀ ਜਾ ਰਹੀ ਆ ਕਿਸਾਨ ਮੋਰਚੇ ਵੱਲੋਂ ਕਿ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਔਰ ਅੱਜ ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਰੇਲ ਬੰਦ ਦਾ ਸੱਦਾ ਸੀਗਾ ਔਰ ਇਹ ਪਤਾ ਲੱਗਿਆ ਆ ਬਈ ਉਹ ਬਹੁਤ ਕਾਮਯਾਬ ਰਿਹਾ ਹੈਗਾ ਸਾਰੇ ਭਾਰਤ ਦੇ ਵਿੱਚ। ਔਰ ਇੱਕ ਥਾਂ ਦੀ ਵੀਡੀਓ ਦਿਖਾ ਰਹੇ ਸੀਗੇ ਕਿ ਕੁਝ ਮਰਾਠੀ ਲੋਕ ਜਿਹੜੇ ਆ ਮਹਾਰਾਸ਼ਟਰ ਦੇ, ਉਹ ਕਿਸੇ ਰੇਲਵੇ ਸਟੇਸ਼ਨ ਦੇ ਉੱਤੇ ਗੱਡੀ ਰੁਕੀ ਆ ਤੇ ਉਹ ਗੱਡੀ ਰੁਕੀ ਹੋਣ ਕਰਕੇ ਉੱਥੇ ਗਰਬਾ ਜਿਹੜਾ ਉਹਨਾਂ ਦਾ ਡਾਂਸ ਹੈਗਾ ਉਹ ਕਰ ਰਹੇ ਆ। ਔਰ ਇਹ ਕਹਿ ਰਹੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਆ ਉਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਆ। ਸੋ ਇਹ ਜਿਹੜਾ ਅੱਜ ਦਾ ਵੀ ਐਕਸ਼ਨ ਹੈਗਾ ਇਹ ਵੀ ਮੈਨੂੰ ਲੱਗਦਾ ਵੀ ਰੰਗ ਲਿਆਏਗਾ ਜੀ। ਮੇਰਾ ਇਹ ਸਵਾਲ ਅਗਲਾ ਹੋਣਾ ਸੀ ਕਿ ਰੇਲ ਰੋਕੋ ਅੰਦੋਲਨ ਦੀ ਕੀ ਰਿਪੋਰਟ ਹੈ। ਜਿਹੜੀਆਂ ਸਰਕਾਰੀ ਰਿਪੋਰਟਾਂ ਆ ਰਹੀਆਂ ਉਹ ਕਹਿੰਦੇ ਕਿ 50 ਰੇਲਾਂ ਹੀ ਪ੍ਰਭਾਵਿਤ ਹੋ ਸਕੀਆਂ ਤੇ ਉਹਦੇ ਚੋਂ ਵੀ ਵਧੇਰੇ ਕਰਕੇ ਅੰਬਾਲਾ ਜਿਹੜਾ ਟਰੈਕ ਆ ਉਹਦੇ ਤੇ ਜਾਂ ਹਿਸਾਰ ਝਾਂਸੀ ਵਾਲਾ ਹਿਸਾਰ ਵਾਲਾ ਜਿਹੜਾ ਹੈਗਾ ਜੀ ਟਰੈਕ, ਉਹਦੇ ਤੇ ਹੋਈਆਂ। ਬਾਕੀ ਜਿਹੜੀ ਆਵਾਜਾਈ ਠੀਕ ਠਾਕ ਰਹੀ। ਇਹ ਖਬਰ ਸਰਕਾਰੀ ਹਲਕਿਆਂ ਤੋਂ ਦਿੱਤੀ ਜਾ ਰਹੀ ਆ। ਦੂਜੇ ਪਾਸੇ ਆਦਿੱਤਿਆਨਾਥ ਜੋਗੀ ਯੂਪੀ ਵਾਲਿਆਂ ਨੇ ਇੱਕ ਧਮਕੀ ਦਿੱਤੀ ਸੀ ਕਿ ਦਫਾ 44 ਲੱਗੀ ਹੋਈ ਆ, ਜੇ ਕਿਸਾਨ ਦਫਾ 44 ਤੋੜਨਗੇ, ਖਾਸ ਕਰਕੇ ਨਖਲਊ ਦੀ ਪੁਲਿਸ ਦੇ ਹਵਾਲੇ ਨਾਲ ਖਬਰ ਆਈ ਸੀ ਕਿ ਕਿਸਾਨਾਂ ਦੇ ਉੱਤੇ NSA ਲਾ ਦਿੱਤਾ ਜਾਏਗਾ। ਕੋਈ ਇਦਾਂ ਦੀ ਖਬਰ ਤੇ ਨਹੀਂ ਹੈ ਕਿ ਕਿਸਾਨਾਂ ਦੀ ਅਰੈਸਟ ਹੋਈ ਹੋਵੇ ਤੇ ਕਿਸੇ ਨੂੰ NSA ਵਗੈਰਾ ਲਾ ਕੇ ਅੰਦਰ ਘੱਲਣ ਦੀ ਜਿਹੜੀ ਚਾਲ ਹੈ ਜੋਗੀ ਰਾਂ ਦੀ ਉਹ ਕਾਮਯਾਬ ਹੁੰਦੀ ਦਿਖਦੀ ਹੋਵੇ? ਮੇਰੇ ਕੋਲ ਕੋਈ ਇਸ ਸੰਬੰਧ ਦੇ ਵਿੱਚ ਜਾਣਕਾਰੀ ਨਹੀਂ ਹੈ। ਤੇ ਬਾਕੀ ਇਹ ਹੁੰਦਾ ਹੈਗਾ ਕਿ ਇਹ ਜਦੋਂ ਅੰਦੋਲਨ ਚੱਲਦੇ ਆ ਜਾਂ ਕੋਈ ਹੜਤਾਲ ਹੁੰਦੀ ਆ ਜਾਂ ਬੰਦ ਦੀ ਕਾਲ ਦਿੱਤੀ ਜਾਂਦੀ ਆ ਤੇ ਆਮ ਤੌਰ ਤੇ ਸਰਕਾਰੀ ਪੱਖ ਜਿਹੜਾ ਉਹ ਇਹੋ ਹੀ ਹੁੰਦਾ ਹੈਗਾ ਕਿ ਬਈ ਇਹਦਾ ਕੋਈ ਅਸਰ ਨਹੀਂ ਹੋਇਆ। ਸੋ ਇਸ ਕਰਕੇ ਜਦ ਤੱਕ ਕਿਸਾਨਾਂ ਦਾ ਪੱਖ ਨਹੀਂ ਆ ਜਾਂਦਾ ਉਦੋਂ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ। ਪਰੰਤੂ ਜਿਸ ਹਿਸਾਬ ਨਾਲ ਕਿਸਾਨੀ ਅੰਦੋਲਨ ਦਾ ਅਸਰ ਹੈਗਾ, ਖਾਸ ਕਰਕੇ ਉੱਤਰੀ ਤੇ ਉੱਤਰ ਪੱਛਮੀ ਭਾਰਤ ਦੇ ਵਿੱਚ, ਡੈਫੀਨੇਟਲੀ ਇਹ ਬੰਦ ਦਾ ਅਸਰ ਜਿਹੜਾ ਉਹ ਚੰਗਾ ਹੋਇਆ ਹੋਵੇਗਾ। ਪਰ ਫਿਰ ਵੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਜਦ ਤੱਕ ਕਿਸਾਨਾਂ ਦਾ ਜਿਹੜਾ ਪੱਖ ਹੈ ਉਹ ਸਾਡੇ ਕੋਲ ਨਹੀਂ ਪਹੁੰਚ ਜਾਂਦਾ। ਇੱਕ ਖਬਰ ਜਿਹੜੀ ਹੋਰ ਬੜੀ ਪੰਜਾਬ ਲਈ ਇੰਪੋਰਟੈਂਟ ਵੀ ਆ, ਪੰਜਾਬ ਲਈ ਨਹੀਂ ਪੂਰੀ ਆਪਣੀ ਸਿਆਸਤ ਲਈ ਵੀ ਇੰਪੋਰਟੈਂਟ ਹੈ ਕਿ ਜਿਹੜਾ ਸਰਸੇ ਸੌਦੇ ਵਾਲਾ ਮੁਖੀ ਸੀਗਾ ਉਹਨੂੰ ਆਪਣੇ ਮੈਨੇਜਰ ਦੇ ਹੀ ਕਤਲ ਦੇ ਦੋਸ਼ ਵਿੱਚ ਇੱਕ ਹੋਰ ਸਜ਼ਾ ਹੋ ਗਈ 20 ਸਾਲ। ਤੇ ਇਹ ਯਕੀਨੀ ਹੋ ਗਿਆ ਕਿ ਉਹਦਾ ਯੁੱਗ ਹੁਣ ਖਤਮ ਹੋ ਗਿਆ। ਉਹਨੂੰ ਜਿੰਨਾ ਕੁ ਵਰਤਣਾ ਸੀ ਸਿਆਸੀ ਲੋਕਾਂ ਨੇ ਵਰਤ ਲਿਆ ਤੇ ਹੁਣ ਉਹ ਬਾਪੂ ਆਸਾ ਰਾਮ ਵਾਂਗੂ ਜੇਲ੍ਹ 'ਚ ਹੀ ਆਪਣੀਆਂ ਅੱਡੀਆਂ ਰਗੜੇਗਾ ਸਾਰੀ ਉਮਰ। ਤੇ ਯਕੀਨੀ ਆ ਕਿ ਉਹਦਾ ਬਾਹਰ ਆਉਣਾ ਹੁਣ ਬਹੁਤ ਮੁਸ਼ਕਲ ਹੈ ਤੇ ਬਾਹਰ ਆਉਣ ਦੇ ਉਹ ਕਾਬਲ ਵੀ ਨਹੀਂ ਆ। ਵੈਸੇ ਉਹਨੂੰ ਮੂੰਹ ਨਹੀਂ ਦਿਖਾਉਣਾ ਚਾਹੀਦਾ ਬਾਹਰ ਆ ਕੇ, ਜਿੰਨੀਆਂ ਉਹਦੇ ਨਾਲ ਜੁੜ ਗਈਆਂ ਗੱਲਾਂ ਨੇ। ਸੋ ਪਤਾ ਨਹੀਂ ਕਿ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਨੇ, ਜਿਹੜੇ ਉਹਨਾਂ ਨੂੰ ਮੰਨਦੇ ਨੇ ਪਿਤਾ ਜੀ,
ਉਹ ਅਜੇ ਉਹਨਾਂ ਦੇ ਦਿਮਾਗ ਦੇ ਵਿੱਚੋਂ ਜਾਂ ਉਹਨਾਂ ਦੀਆਂ ਅੱਖਾਂ ਦੇ ਅੱਗੋਂ ਉਹ ਪਰਦਾ ਚੁੱਕਿਆ ਗਿਆ ਕਿ ਅਜੇ ਵੀ ਉਹ ਉਸੇ ਹੀ ਤਰ੍ਹਾਂ ਉਸੇ ਹੀ ਰੌਂ ਦੇ ਵਿੱਚ ਨੇ? ਗਿੱਲ ਸਾਹਿਬ, ਜਿਹੜਾ ਅੰਧ ਵਿਸ਼ਵਾਸ ਦਾ ਪਰਦਾ ਆ ਨਾ, ਇਹ ਨਹੀਂ ਲੱਥਦਾ ਹੈਗਾ। ਤੁਸੀਂ ਇਹ ਦੇਖੋ ਕਿ ਇਹ ਔਨ ਰਿਕਾਰਡ ਆ ਗਿਆ, ਲਿਖਤੀ ਆ ਗਿਆ। ਉਸ ਕੁੜੀ ਦੀ ਜਿਹੜੀ ਚਿੱਠੀ ਆ ਉਹਦੇ ਵਿੱਚ ਵੀ ਸੀਗਾ ਕਿ ਉਹ ਕਹਿੰਦਾ ਵੀ ਮੈਂ ਤੈਨੂੰ ਜੇ ਮਾਰ ਦੇਵਾਂਗਾ ਨਾ ਤੇ ਤੇਰੇ ਘਰਦਿਆਂ ਨੇ ਵਿਸ਼ਵਾਸ ਨਹੀਂ ਕਰਨਾ ਵੀ ਮੈਂ ਤੈਨੂੰ ਮਾਰਿਆ ਹੈਗਾ। ਤੇ ਅਜੇ ਵੀ ਤੁਹਾਨੂੰ ਪਤਾ ਵੀ ਜਦੋਂ ਇਹਨੂੰ ਸਜ਼ਾ ਹੋਈ ਸੀਗੀ ਪਹਿਲੀ, ਤੇ ਪੰਚਕੂਲੇ ਦੇ ਵਿੱਚ ਕਿੰਨੀ ਸਾੜ ਫੂਕ ਹੋਈ ਸੀਗੀ, ਕਿੰਨਾ ਉਹਨਾਂ ਨੇ ਇੰਤਜ਼ਾਮ ਕੀਤਾ ਸੀਗਾ ਵੀ ਇਹਨੂੰ ਲੈ ਕੇ ਦੌੜ ਜਾਵਾਂਗੇ। ਔਰ ਉਹਨਾਂ ਨੂੰ ਸ਼ਹਿ ਜਿਹੜੀ ਆ ਉਹ ਸਰਕਾਰਾਂ ਦੀ ਆ ਕਿ ਜਿਹੜੇ ਇਹ ਸੱਚੇ ਸੌਦੇ ਵਾਲੇ ਹੈਗੇ ਆ, ਮਹਾਂਪੁਰਖ ਆ, ਇਹਨਾਂ ਦੇ ਜਨਮ ਦਿਨ ਦੇ ਉੱਤੇ ਜਿਹੜੀ ਹਰਿਆਣਾ ਸਰਕਾਰ ਆ ਉਹਨਾਂ ਦੇ ਮੁੱਖ ਮੰਤਰੀ ਜਾ ਕੇ ਮੱਥਾ ਟੇਕਦੇ ਆ, ਉਹਨਾਂ ਨੂੰ ਗਿਫਟ ਦਿੰਦੇ ਆ, ਉਹਨਾਂ ਨੂੰ ਪੈਸੇ ਦਿੰਦੇ ਆ। ਤੇ ਲੋਕ ਜਿਹੜੇ ਹੈਗੇ ਆ ਅੰਧ ਵਿਸ਼ਵਾਸ ਦੇ ਵਿੱਚ, ਇਹ ਤੁਹਾਨੂੰ ਪਤਾ ਹੋਣਾ ਕਿ ਬਾਪੂ ਆਸਾ ਰਾਮ ਦੇ ਸੰਬੰਧ ਦੇ ਵਿੱਚ ਵੀ ਇਹ ਗੱਲ ਕਿਸੇ ਨੇ ਕਹੀ ਸੀਗੀ ਕਿ ਜੇ ਸਾਡੀ ਕੁੜੀ ਬਾਪੂ ਨੂੰ ਪਸੰਦ ਆਉਂਦੀ ਹੈ ਤੇ ਇਹਦਾ ਮਤਲਬ ਸਾਡੀ ਕੁੜੀ ਦੀ ਬੜੀ ਖੁਸ਼ਕਿਸਮਤੀ ਆ। ਔਰ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਸੱਚੇ ਸੌਦੇ ਵਾਲੇ ਜਿਹੜਾ ਇਹ ਸਾਧ ਹੈਗਾ, ਇਹਨੂੰ ਵੀ ਇਹਦੇ ਸੰਬੰਧ ਦੇ ਵਿੱਚ ਵੀ ਹੁੰਦੀਆਂ ਰਹੀਆਂ ਆ। ਔਰ ਇਹ ਤੁਸੀਂ ਠੀਕ ਕਿਹਾ ਆ ਕਿ ਜਿੱਦਾਂ ਹੁਣ ਉਹਨੂੰ ਹੋਰ ਇੱਕ ਉਮਰ ਕੈਦ ਹੋ ਗਈ ਆ, ਤੇ ਇਹ ਉਮਰ ਕੈਦਾਂ ਜਿਹੜੀਆਂ ਇਹ ਸਾਈਮਲਟੇਨੀਅਸਲੀ ਨਹੀਂ ਚੱਲਣੀਆਂ, ਮਤਲਬ ਇੱਕੋ ਵੇਲੇ ਨਹੀਂ ਗੀਆਂ ਚੱਲਣੀਆਂ। ਇੱਕ ਖਤਮ ਹੋ ਜਾਣੀ ਆ ਤੇ ਫਿਰ ਦੂਜੀ ਸ਼ੁਰੂ ਹੋ ਜਾਣੀ ਆ। ਇੱਕ ਹਿਸਾਬ ਨਾਲ ਸਮਝ ਲਓ ਜੇ 3-20 ਸਾਲੀਆਂ ਹੋਈਆਂ ਤੇ 60 ਸਾਲ ਦੀ ਕੈਦ ਆ। ਇਹ ਹੁਣ ਉਹਨੂੰ ਮਤਲਬ ਜਿਹੜਾ ਉਹ ਕਹਿ ਰਿਹਾ ਨਾ ਵੀ ਜੇ ਮੈਨੂੰ ਮਾਫੀ ਮਿਲ ਜਾਵੇ ਤਾਂ ਮੈਂ ਬਹੁਤ ਵਧੀਆ ਕੰਮ ਕਰਾਂਗਾ। ਪਹਿਲਾਂ ਤਾਂ ਉਹਦੇ ਵਕੀਲ ਨੇ ਕਿਹਾ ਸੀ ਨਾ ਵੀ ਕੰਮ ਕੀਤੇ ਹੋਏ ਆ, ਚੰਗੇ ਕੰਮ ਕੀਤੇ ਆ, ਇਹਦੇ ਨਾਲ ਥੋੜੀ ਚੰਗੇ ਕੰਮ ਕੀਤੇ ਆ ਜੀ। ਤੇ ਹੁਣ ਵੀ ਕਹਿੰਦਾ ਵੀ ਮੈਂ ਚੰਗੇ ਕੰਮ ਕਰਾਂਗਾ। ਤੇ ਚੰਗੇ ਕੰਮ ਉਹਦੇ ਇਹੋ ਹੀ ਆ ਵੀ ਹੁਣ ਜੇਲ੍ਹ ਕੱਟੇ, ਜੋ ਕੁਛ ਉਹਨੇ ਕੀਤਾ ਆ ਉਹਦਾ ਕੀਤਾ ਉਹ ਪਾ ਰਿਹਾ ਹੈਗਾ, ਤੇ ਸਜ਼ਾ ਉੱਥੇ ਬੈਠਾ ਭੁਗਤਦਾ ਰਵੇ। ਪਰ ਇਹ ਹਿੰਦੁਸਤਾਨ ਦੇ ਲੋਕਾਂ ਦੀ ਬਦਕਿਸਮਤੀ ਆ ਕਿ ਜਿਹੜੇ ਇੰਨਾ ਅੰਧ ਵਿਸ਼ਵਾਸ ਕਰਦੇ ਆ, ਤੇ ਇਹੋ ਜਿਹੇ ਜਿਹੜੇ ਸਾਧ ਹੈਗੇ ਆ ਉਹ ਪਲਦੇ ਆ, ਭਾਵੇਂ ਆਸਾ ਰਾਮ ਹੋਣੀ ਹੋਣ ਜਾਂ ਇਹ ਰਾਮ ਰਹੀਮ ਹੋਣੀ ਹੋਣ, ਜਾਂ ਜਿਹੜਾ ਇੱਕ ਹੋਰ ਜਿਹੜਾ ਹਰਿਆਣੇ ਦੇ ਵਿੱਚ ਜਿਹੜਾ ਦੁੱਧ ਨਾਲ ਜਿਹਨੂੰ ਨਵਾਲਦੇ ਹੁੰਦੇ ਸੀਗੇ। ਕੱਲੇ ਗਿਣਤੀ ਦੇ ਜਿਹੜੇ ਸਾਹਮਣੇ ਆਉਂਦੇ ਆ ਜੀ, ਬਹੁਤ ਸਾਰੇ ਲਗਭਗ ਬਿਲਕੁਲ ਸਿੱਖ ਧਰਮ ਵਿੱਚ ਇਦਾਂ ਦੇ ਬਥੇਰੇ ਡੇਰਾਧਾਰੀ ਸਾਧ ਨੇ, ਜਿਹਨੂੰ ਕਦੀ ਚਿੱਟੀ ਸ਼ੌਂਕ ਕਹਿੰਦੇ ਅਸੀਂ, ਕਦੀ ਕੁਝ ਕਹਿੰਦੇ ਆ। ਬਹੁਤ ਸਾਰੇ ਐਸੇ ਸਾਧ ਨੇ ਜਿਹੜੇ ਲੋਕਾਂ ਦੀ ਕਮਾਈ ਤੇ ਪਲਦੇ ਆ ਤੇ ਵੱਡੇ ਵੱਡੇ ਢਿੱਡ ਛੱਡ ਕੇ ਬੈਠੇ ਹੋਏ ਆ। ਇਹ ਸਾਰੇ ਲਗਭਗ ਇੱਕੋ ਜਿਹੀ ਹੀ ਨਸਲ ਹੁੰਦੇ ਆ ਜੀ, ਇਹਨਾਂ ਦਾ ਬਹੁਤਾ ਫਰਕ ਨਹੀਂ ਹੁੰਦਾ 19-21 ਦੇ ਨਾਲ। ਧਰਮ ਦਾ ਤੇ ਇਹਨਾਂ ਨੇ ਚੋਲਾ ਜਾਂ ਚੋਗਾ ਹੀ ਪਾਇਆ ਹੁੰਦਾ, ਬਾਕੀ ਸਾਰਾ ਕੁਝ ਇਦਾਂ ਹੀ ਆ। ਪਰ ਜਿਹੜਾ ਇਨਸਾਫ ਆ ਨਾ ਕਾਲੋ ਸਾਹਿਬ, ਹੁਣ ਕਈ ਲੋਕਾਂ ਦਾ ਅਜੇ ਵੀ ਮੱਤ ਆ ਕਿ ਇਹੋ ਜਿਹੇ ਵਿਅਕਤੀ ਦੇ ਜਿੰਦਾ ਰਹਿਣ ਦਾ ਇਹ ਹੱਕ ਨਹੀਂ ਆ, ਇਹਨੂੰ ਫਾਹੇ ਲਾ ਦੇਣਾ ਚਾਹੀਦਾ ਸੀਗਾ। ਪਰ ਕੁਝ ਲੋਕਾਂ ਦਾ ਇਹ ਮੰਨਣਾ ਆ ਕਿ ਜਿਹੜੀ ਉਮਰ ਕੈਦ, ਸਾਰੀ ਉਮਰ ਜੇਲ੍ਹ 'ਚ ਰਹਿਣਾ, ਉਹ ਸਜ਼ਾ ਜਿਹੜੀ ਆ ਉਹ ਇੱਕ ਵਾਰੀ ਮਾਰਨ ਨਾਲੋਂ ਜ਼ਿਆਦਾ ਭੈੜੀ ਆ, ਤੇ ਉਹ ਸਾਰੀ ਉਮਰ ਉੱਥੇ ਬੰਦਾ ਜਿਹੜਾ ਅੰਦਰ ਰਹੇਗਾ। ਤੇ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਈ ਯੁੱਗ ਬਦਲਦੇ ਨੇ, ਸਰਕਾਰਾਂ ਬਦਲਦੀਆਂ ਨੇ, ਤੇ ਹਮੇਸ਼ਾ ਇਹ ਉਮੀਦ ਬਣੀ ਰਹਿੰਦੀ ਕਿ ਕੋਈ ਨਾ ਕੋਈ ਐਸੀ ਸਰਕਾਰ ਆ ਸਕਦੀ ਆ ਜਿਹੜੀ ਇਹੋ ਜਿਹੇ ਲੋਕਾਂ ਨੂੰ ਵੀ ਸਜ਼ਾ ਮਾਫ ਕਰਕੇ ਬਾਹਰ ਕੱਢ ਸਕਦੀ ਆ। ਸੋ ਇਸ ਤਰ੍ਹਾਂ ਦੇ ਕਈ ਆਪਾਂ ਪਿੱਛੇ ਵੀ ਵੇਖਦੇ ਆਏ ਆ। ਪਰ ਜਿਹੜਾ ਇਹ ਪਰਿਵਾਰ ਆ, ਦੇਖੋ ਇਹ ਜਿਹੜੀ ਚਿੱਠੀ ਹੈਗੀ ਸੀਗੀ ਲਿਖੀ ਉਹ ਕੁੜੀ ਨੇ, ਰਣਜੀਤ ਦੀ ਭੈਣ ਨੇ, ਜਿਹਦੇ ਤੋਂ ਗੱਲ ਸਾਰੀ ਚੱਲੀ ਸੀਗੀ, ਉਹ ਚਿੱਠੀ ਕਿੰਨੀ ਪੁਰਾਣੀ ਚਿੱਠੀ ਆ, 2002 ਮਈ ਦੇ ਵਿੱਚ। ਤੇ 10 ਜੁਲਾਈ 2002 ਨੂੰ ਜਿਹੜਾ ਉਹਦਾ ਭਰਾ ਸੀਗਾ ਉਹਨੂੰ ਕਤਲ ਕਰਾ ਦਿੱਤਾ ਸੀ ਇਹ ਸਾਧ ਨੇ। ਉਹਨੂੰ ਸ਼ੱਕ ਸੀਗਾ ਕਿ ਇਹਨੇ ਆਪਣੀ ਭੈਣ ਕੋਲੋਂ ਉਹ ਚਿੱਠੀ ਖੁਫੀਆ ਤੌਰ ਤੇ ਲਿਖਾਈ ਆ, ਜਿਹੜੀ ਉਹਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਵਾਜਪਾਈ ਹੀਰਾ ਨੂੰ ਲਿਖੀ ਸੀ। ਤੇ ਉਹੋ ਹੀ ਚਿੱਠੀ ਛਾਪਣ ਕਰਕੇ ਜਿਹੜੀ ਅਖਬਾਰ ਸੀਗੀ ਛਤਰਪਤੀ ਹੀਰਾ ਦੀ, ਜਿਹੜੀ ਸੱਚ ਦੀ, ਤੇ ਨਾਮ ਵੀ ਸ਼ਾਇਦ ਸੱਚ ਸੀ ਕੁਝ ਇੱਦਾਂ ਦਾ, ਉਹ ਛਾਪਣ ਕਰਕੇ ਉਹਨਾਂ ਦਾ ਕਤਲ ਹੁੰਦਾ। ਯਾਨੀ ਕਿ ਇੱਕ ਚੇਨ ਬਣੀ ਲਗਾਤਾਰ, ਯਾਨੀ ਕਿ ਇਹਨੂੰ ਡਰ ਹੀ ਕੋਈ ਨਹੀਂ ਸੀ ਰਿਹਾ। ਤੇ ਦੂਜੇ ਪਾਸੇ ਇਨਸਾਫ ਦੀ ਗੱਲ ਵੇਖ ਲਓ ਕਿ 2002 ਦੀਆਂ ਘਟਨਾਵਾਂ ਦੀ ਸਜ਼ਾ ਮਿਲ ਰਹੀ ਹੈ ਜਾ ਕੇ 2021 ਵਿੱਚ। ਤੁਹਾਨੂੰ ਯਾਦ ਹੋਣਾ ਜਦੋਂ ਇਹਦੇ ਕੇਸ ਬਦਲ ਕੇ ਕਦੀ ਅੰਬਾਲੇ ਕਦੀ ਕਿਤੇ ਹੁੰਦੇ ਸੀਗੇ, ਤੇ ਇਹ ਕਿੰਨੀ ਸ਼ਾਨੋ ਸ਼ੌਕਤ ਨਾਲ ਕਾਫਲੇ ਲੈ ਕੇ ਜਾਇਆ ਕਰਦਾ ਸੀਗਾ, ਤੇ ਕਿਸੇ ਪੱਤਰਕਾਰ ਦੀ, ਪੁਲਿਸ ਵਾਲੇ ਦੀ ਜ਼ਰੂਰਤ ਨਹੀਂ ਸੀ ਕਿ ਇਹਦੇ ਅੱਗੇ ਖੜ ਕੇ ਇਹਨੂੰ ਕੋਈ ਸਵਾਲ ਕਰ ਸਕੇ।
ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਸਰਕਾਰੀ ਸ਼ਹਿ ਉਹਨੂੰ ਪ੍ਰਾਪਤ ਸੀਗੀ। ਤੇ ਮਤਲਬ ਪੰਜਾਬ ਦੇ ਜਿਹੜੇ ਹੁਕਮਰਾਨ ਆ ਤੇ ਹਰਿਆਣੇ ਦੇ ਹੁਕਮਰਾਨ ਉਹਦਾ ਪਾਣੀ ਭਰਦੇ ਸੀਗੇ, ਤੇ ਜਿਹਦੇ ਨਾਲ ਛੋਟੀ ਮੋਟੀ ਤਾਕਤ ਜੁੜੀ ਹੋਵੇ ਉਹੀ ਮਾਣ ਨਹੀਂ ਹੁੰਦਾ। ਤੇ ਜਿਹਦੇ ਪਿੱਛੇ ਦੋ ਦੋ ਸਰਕਾਰਾਂ ਹੋਣ, ਉਹਨੇ ਕਿਸੇ ਦੀ ਕੀ ਪਰਵਾਹ ਕਰਨੀ ਆ। ਔਰ ਜੋ ਹਨੇਰਗਰਦੀਆਂ ਨੇ ਕੀਤੀਆਂ ਆ, ਉਹ ਤਰਾਹ ਤਰਾਹ ਕਰਦੇ ਆ ਲੋਕ। ਔਰ ਮੇਰਾ ਖਿਆਲ ਵੀ ਜਿਹੜੇ ਰਾਜੇ ਮਹਾਰਾਜੇ ਸੀਗੇ, ਉਹ ਵੀ ਸ਼ਾਇਦ ਹੀ ਇਸ ਕਿਸਮ ਦੇ ਜਿਹੜੇ ਕਾਰੇ ਆ ਉਹ ਕਰਦੇ ਹੋਣ, ਜਿਹਦੇ ਇਹਨੇ 21ਵੀਂ ਸਦੀ ਦੇ ਵਿੱਚ ਆਣ ਕੇ ਕੀਤੇ ਹੈਗੇ ਆ। ਤੇ ਜਿੰਨਾ ਚਿਰ ਸਰਕਾਰੀ ਸ਼ਹਿ ਪ੍ਰਾਪਤ ਨਹੀਂ ਹੁੰਦੀ, ਔਰ ਸਾਡੇ ਦੇਖੋ ਸੰਵਿਧਾਨ ਦੇ ਵਿੱਚ ਲਿਖਿਆ ਹੈਗਾ ਕਿ ਬਈ ਜਿਹੜੀ ਸਾਇੰਟੀਫਿਕ ਓਰੀਐਂਟੇਸ਼ਨ ਵਾਲੀ ਸਿੱਖਿਆ ਆ ਉਹ ਦਿੱਤੀ ਜਾਏਗੀ, ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਿਆ ਜਾਏਗਾ। ਪਰੰਤੂ ਕੱਢਣ ਦੀ ਬਜਾਏ ਜਾਤ ਪਾਤ ਦੇ ਧਰਮਾਂ ਦੇ ਜਿਹੜੇ ਚੋਲੇ ਹੈਗੇ ਆ, ਉਹਨਾਂ ਹੇਠ ਸੰਪਰਦਾਇਕਤਾ ਜਿਹੜੀ ਆ ਉਹ ਵੀ ਵਧੀ ਆ, ਜਾਤ ਪਾਤ ਵੀ ਵਧੀ ਆ। ਤੇ ਇਸ ਕਿਸਮ ਦੇ ਜਿਹੜੇ ਡੇਰੇ ਆ ਉਹ ਵੀ ਵਧੇ ਆ। ਤੇ ਇਹ ਜਿਹੜੇ ਸਾਡੇ ਹੁਕਮਰਾਨ ਆ, ਇਹਨਾਂ ਦੀ ਇਹ ਮਿਲੀ ਭੁਗਤ ਆ, ਉਹ ਇਹਨਾਂ ਦੇ ਡੇਰਿਆਂ ਨੂੰ ਇੱਕ ਵੋਟਾਂ, ਮਤਲਬ ਇਕੱਠੀਆਂ ਵੋਟਾਂ ਦੀ ਗਿਣਤੀ ਸਮਝਦੇ ਆ। ਕਿ ਜੇ ਇੱਕ ਬੰਦੇ ਦੇ ਮਗਰ 1 ਲੱਖ ਵੋਟ ਹੈਗੀ ਆ, ਤੇ ਉਹਨਾਂ ਨੇ ਕਿੱਥੇ ਲੱਖ ਬੰਦੇ ਨੂੰ ਪਹੁੰਚ ਕਰਨਾ ਤੇ ਕਿੱਥੇ ਇੱਕ ਬੰਦੇ ਨੂੰ ਪਹੁੰਚ ਕਰ ਲੈਣਾ। ਇਹੀ ਹਾਲ ਜਿਹੜਾ ਹੈਗਾ ਉਹ ਬਹੁਤੇ ਡੇਰਿਆਂ ਦਾ, ਬਹੁਤੇ ਜਿਹੜੇ ਸੈਕਟ ਹੈਗੇ ਆ ਉਹਨਾਂ ਦਾ, ਕਿ ਜਿਹੜੇ ਰਾਜਨੀਤਿਕ ਲੀਡਰ ਆ ਉਹ ਡੇਰੇ ਦੇ ਮੁਖੀ ਨੂੰ ਹੱਥ 'ਚ ਕਰ ਲੈਂਦੇ ਆ, ਤੇ ਉਹ ਬਾਕੀ ਜਿਹੜੀਆਂ ਉਹਨਾਂ ਦੇ ਸ਼ਰਧਾਲੂ ਆ, ਉਹਨਾਂ ਦੀਆਂ ਮੋਹਰਾਂ, ਉਹਨਾਂ ਦੀਆਂ ਸਟੈਂਪਾਂ ਜਿਹੜੀਆਂ ਉਹ ਉਹਨਾਂ ਦੇ ਚੋਣ ਨਿਸ਼ਾਨ ਤੇ ਲੱਗ ਜਾਂਦੀਆਂ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਤਾਕਤ ਆ ਉਹ ਅਸਲ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਨੇ, ਜਿਹੜੇ ਇਹਨਾਂ ਦਾ ਲਾਭ ਉਠਾਉਂਦੇ ਆ, ਉਹ ਇਹਨਾਂ ਦੀ ਤਾਕਤ ਹੁੰਦੀ ਆ। ਹੁਣ ਇਹ ਕਿਉਂਕਿ ਸਾਰੇ ਹੀ ਰਾਜਨੀਤਿਕ ਲੀਡਰ ਜਿਹੜੇ ਆ ਉਹ ਵੇਖਣ ਲੱਗ ਪਿਆ ਵੀ ਇਹ ਬਦਨਾਮ ਇੰਨਾ ਹੋ ਗਿਆ, ਲੋਕਾਂ ਦੇ ਵਿੱਚ ਇਹਦੀ ਬਦਨਾਮੀ ਬਹੁਤ ਹੋ ਗਈ ਆ, ਸਾਖ ਘਟ ਗਈ ਆ। ਤੇ ਉਹ ਜਿੱਦਾਂ ਕੋਈ ਫਰੂਟ ਜਿਹੜਾ ਹੈਗਾ ਉਹਦੇ ਚੋਂ ਜੂਸ ਕੱਢ ਕੇ ਤੇ ਫੋਗ ਸੁੱਟ ਦਿੱਤਾ ਜਾਂਦਾ, ਇਦਾਂ ਹੀ ਉਹ ਵੀ ਹੁਣ ਬਿਲਕੁਲ ਇੱਕ ਫੋਗ ਨੂੰ ਸੁੱਟ ਦਿੱਤਾ ਗਿਆ ਆ। ਔਰ ਇਹ ਮੈਂ ਕਹਿੰਦਾ ਕਿ ਚੰਗੀ, ਇਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਵੀ, ਭਾਵੇਂ ਉਹ ਛਤਰਪਤੀ ਨੇ ਕੋਸ਼ਿਸ਼ ਕੀਤੀ ਸੀਗੀ, ਜਾਂ ਉਸ ਕੁੜੀ ਨੇ ਕੋਸ਼ਿਸ਼ ਕੀਤੀ ਸੀਗੀ, ਜਾਂ ਜਿਹੜੇ ਉਹ ਇੰਸਪੈਕਟਰ ਸੀਗੇ ਉਹਨਾਂ ਨੇ ਇਹ ਬੀੜਾ ਚੁੱਕਿਆ ਸੀਗਾ, ਜਿਨ੍ਹਾਂ ਨੇ ਵੀ ਕੀਤਾ ਜੀ ਉਹਨਾਂ ਨੇ ਇੱਕ ਉਹਨਾਂ ਬਹੁਤ ਵਧੀਆ ਡਰਾਈਵਰ ਦਾ ਕੀਤਾ। ਨਾਮ ਵੀ ਕਾਫੀ ਮਸ਼ਹੂਰ ਰਿਹਾ ਜੀ ਇਸ ਸਾਰੀ ਗੱਲਬਾਤ ਦੇ ਵਿੱਚ। ਉਹ ਮਿੱਠਾ ਔਰ ਸਿੰਘ ਆ ਕਿ ਖੱਟਾ ਸਿੰਘ ਆ? ਖੱਟਾ ਸਿੰਘ ਜੀ। ਹਾਂਜੀ ਹਾਂਜੀ, ਖੱਟਾ ਸਿੰਘ ਕੌੜਾ ਕੌੜਾ ਸਿੰਘ ਬਣ ਕੇ ਟੱਕਰਿਆ ਜੀ ਉਹਨਾਂ ਨੂੰ। ਜੀ ਜੀ, ਬਿਲਕੁਲ ਬਿਲਕੁਲ। ਹਾਂਜੀ। ਅੱਛਾ ਕਾਲੂ ਸਾਹਿਬ, ਬਾਰਡਰ ਦੇ ਉੱਤੇ ਬੀਐਸਐਫ ਦਾ ਏਰੀਆ ਵਧਾਉਣ ਨੂੰ ਲੈ ਕੇ ਬੜੀ ਚਰਚਾ ਚੱਲੀ ਸੀਗੀ, ਤੇ ਬੜੇ ਗਰਮਾ ਗਰਮ ਬਿਆਨ ਵੀ ਆਏ। ਪੰਜਾਬੀਆਂ ਨੂੰ ਲੱਗਿਆ ਕਿ ਸਾਡਾ ਅੱਧਾ ਪੰਜਾਬ ਖੁਸ਼ ਚੱਲਿਆ ਹੈ। ਪਰ ਪੰਜਾਬ ਸਰਕਾਰ ਦੀ ਕਾਰਵਾਈ ਕੋਈ ਢਿੱਲੀ ਮੱਠੀ ਲੱਗਦੀ ਹੈ। ਚੰਨੀ ਰੰਦਾ 'ਚ ਬਿਆਨ ਆਇਆ ਹੈ ਕਿ ਅਸੀਂ ਇੱਥੇ ਕੈਬਨਿਟ ਦੀ ਮੀਟਿੰਗ ਸੱਦਾਂਗੇ, ਯਾਨੀ ਕਿ ਮਤਲਬ ਇੱਕ ਸੁਸਤ ਜਿਹਾ ਉਹਨਾਂ ਵੱਲੋਂ ਪ੍ਰਤੀਕਰਮ ਹੈ। ਕੋਈ ਮਤਲਬ ਉਸ ਤਰ੍ਹਾਂ ਦਾ ਬਿਆਨ ਨਹੀਂ ਹੈ ਜਿੱਦਾਂ ਪੰਜਾਬੀ ਮਹਿਸੂਸ ਕਰਦੇ ਆ ਕਿ ਉਹਨਾਂ ਦੀ ਲੀਡਰਸ਼ਿਪ ਵੱਲੋਂ ਕੋਈ ਉਸ ਤਰ੍ਹਾਂ ਦੀ ਗੱਲ ਜਾਵੇ। ਚੰਨੀ ਬਾਰੇ ਜਿੱਥੇ ਇੱਕ ਪਾਸੇ ਆ ਰਿਹਾ ਕਿ ਉਹ ਲੋਕਾਂ ਵਰਗੇ ਬਣ ਕੇ ਦਿਖਾ ਰਹੇ ਨੇ, ਲੋਕਾਂ 'ਚ ਵਿਚਰ ਰਹੇ ਨੇ, ਪਰ ਕੰਮਕਾਰ ਦੇ ਪੱਖੋਂ ਕਿਤੇ ਲੱਗਦਾ ਨਹੀਂ ਕਿ ਕੋਈ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਹੋ ਰਹੀਆਂ ਨੇ। ਕਿਸੇ ਥਾਂ ਜਾਂਦੇ ਨੇ ਤੇ ਪਿੰਡ ਦੇ ਸਰਪੰਚ ਨੂੰ ਕਹਿੰਦੇ ਕਿ ਤੂੰ ਪਿੰਡ ਦਾ ਮੁੱਖ ਮੰਤਰੀ ਆ, ਜਿਹੜਾ ਮੇਰਾ ਐਮਐਲਏ ਆਪਣੇ ਹਲਕੇ ਦਾ ਮੁੱਖ ਮੰਤਰੀ ਆ, ਮੈਂ ਮੁੱਖ ਮੰਤਰੀ ਹੈ ਹੀ ਨਹੀਂਗਾ, ਸਾਰੀਆਂ ਪਾਵਰਾਂ ਤੁਹਾਡੇ ਕੋਲ ਆ। ਪਰ ਖੁਦ ਉਹਨਾਂ ਦੀ ਐਕਟੀਵਿਟੀ ਕੋਈ ਇਦਾਂ ਦੀ ਨਹੀਂ ਨਜ਼ਰ ਆਉਂਦੀ। ਪਾਪੂਲਰ ਜਿਹਾ ਕੰਮ ਜਿਹੜੇ ਆ ਉਹੋ ਜਿਹੇ ਕਰ ਰਹੇ ਆ, ਕੋਈ ਠੋਸ ਕਾਰਵਾਈ ਜਿਨ੍ਹਾਂ ਕਰਕੇ ਉਹ ਵੱਡੇ ਧਨੰਤਰ ਨੂੰ ਲਾ ਕੇ ਘਰ ਬਾਇਆ ਗਿਆ, ਤੇ ਉਸ ਚੀਜ਼ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਅਜੇ ਤੱਕ। ਤੇ ਨਾ ਹੀ ਰੰਧਾਵੇ ਹੋਰਾਂ ਦਾ ਕੋਈ ਬਿਆਨ ਆ ਰਿਹਾ, ਜਿਹੜੇ ਬੇਅਦਬੀ ਦੇ ਮਾਮਲੇ ਦੇ ਉੱਤੇ ਬਾਰ-ਬਾਰ ਕਹਿੰਦੇ ਸੀ ਮੈਂ ਗੁਰਸਿੱਖ ਆ ਤੇ ਮੇਰੇ ਵਾਸਤੇ ਮਰ ਜਾਣ ਵਾਲੀ ਗੱਲ ਹੈ ਕਿ ਜੇ ਮੈਂ ਤੇ ਕੁਝ ਨਾ ਕਰ ਸਕਿਆ। ਹੁਣ ਉਹ ਸਾਰੇ ਹੀ ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਉਹ ਹੱਡੀ ਪਾ ਦਿੱਤੀ ਜਾਂਦੀ ਤੇ ਹੱਡੀ ਚੂਸਣ ਤੇ ਲੱਗੇ ਹੋਏ ਆ, ਲੱਗਦੇ ਕਿ ਕੋਈ ਉਹਨਾਂ ਨੂੰ ਫਿਕਰ ਨਹੀਂ ਰਿਹਾ ਵੀ ਹੁਣ ਕੀ ਕਰਨਾ। ਬਿਲਕੁਲ ਇਦਾਂ ਦੀ ਸਥਿਤੀ ਬਣੀ ਆ ਜੀ, ਭੰਬਲ ਭੂਸੇ ਵਾਲੀ ਸਥਿਤੀ ਬਣੀ ਆ। ਸਾਰੇ ਅੱਕੀ ਪਲਾਈ ਹੱਥ ਮਾਰ ਰਹੇ ਆ, ਧੂੜ 'ਚ ਟੱਟੂ ਰਲਿਆ ਆ, ਧੂੜ ਉੱਡੀ ਜਾ ਰਹੀ ਆ, ਟੱਟੂ ਦੌੜਾ ਜਾ ਰਿਹਾ ਵਿੱਚ। ਤੇ ਜਿਹੜੀ ਤੁਸੀਂ ਚੰਨੀ ਹੋਰਾਂ ਦੀ ਗੱਲ ਕੀਤੀ ਆ ਨਾ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ, ਇਹ ਜਿਹੜਾ ਸ਼ੱਕ ਕੀਤਾ ਜਾਂਦਾ ਨਾ ਕਿ ਇਹ ਜਦੋਂ ਗਏ ਆ ਉੱਥੇ ਤਾਂ ਇਹ ਕਹਿ ਕੇ ਆਏ ਆ ਵੀ ਉੱਥੇ ਸਖਤੀ ਕਰੋ ਜੀ ਬਾਰਡਰ ਦੇ ਉੱਤੇ, ਉਧਰੋਂ ਹਥਿਆਰ ਵੀ ਆਉਂਦੇ ਆ ਪਾਕਿਸਤਾਨ ਵੱਲੋਂ, ਤੇ ਉਧਰੋਂ ਡਰੱਗ ਆਉਂਦੀ ਆ, ਫਲਾਣਾ ਢੀਂਗੜਾ। ਤੇ ਮੈਨੂੰ ਸ਼ੱਕ ਆ ਵੀ ਇਹ ਕਿਤੇ ਇਸ ਗੱਲ ਤੇ ਵੀ ਮੋਹਰ ਲਾ ਕੇ ਨਾ ਆਏ ਹੋਣ
ਵੀ ਤੁਸੀਂ 50 ਕਿਲੋਮੀਟਰ ਵਧਾ ਲਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜੇ ਸੱਚੀ ਮੁੱਚੀ ਇਹਨਾਂ ਨੂੰ ਗੁੱਸਾ ਹੋਵੇ ਜਾਂ ਲੋਕਾਂ ਦੇ ਜਜ਼ਬਾਤ ਜਿਹੜੇ ਹੈਗੇ ਆ ਉਹਨਾਂ ਦਾ ਧਿਆਨ ਹੋਵੇ, ਤਾਂ ਇਹ ਜ਼ਰੂਰ ਕਹਿਣ ਕਿ ਬਈ ਇਹ ਬਿਲਕੁਲ ਗਲਤ ਆ, ਕਿ ਸਾਡੇ ਨਾਲ ਇਹ ਸਰਾਸਰ ਜ਼ਿਆਦਤੀ ਆ ਕਿ ਸਾਡੇ ਅੱਧੇ ਰਾਜ ਦੇ ਤੁਸੀਂ ਕਬਜ਼ਾ ਕਰ ਲਿਆ ਹੈਗਾ। ਔਰ ਇਹਦੇ 'ਚ ਜਿਹੜਾ ਸ਼ੱਕ ਕੀਤਾ ਜਾਂਦਾ ਹੈ ਉਹਦੇ ਵਿੱਚ ਗਾਂ ਲੋਕੀ ਵਿਸ਼ਵਾਸ ਵੀ ਸ਼ਾਇਦ ਕਰਨ ਲੱਗ ਜਾਣ ਬਈ ਇਹ ਜੇ ਕੋਈ ਕਾਰਵਾਈ ਨਹੀਂ ਕਰਦੇ, ਜੇ ਸੈਂਟਰ ਗਵਰਨਮੈਂਟ ਕੋਲ ਆਪਣਾ ਜਿਹੜਾ ਇਤਰਾਜ਼ ਆ, ਲੋਕਾਂ ਦੇ ਜਿਹੜੇ ਜਜ਼ਬਾਤ ਆ ਪੰਜਾਬੀਆਂ ਦੇ, ਉਹ ਜੇ ਠੀਕ ਤਰ੍ਹਾਂ ਉਹਦੀ ਤਰਜਮਾਨੀ ਨਹੀਂ ਕਰਦੇ, ਤਾਂ ਫਿਰ ਬਹੁਤੇ ਲੋਕ ਇਹ ਵਿਸ਼ਵਾਸ ਕਰਨ ਲੱਗ ਜਾਣਗੇ ਕਿ ਜਿਵੇਂ ਰਾਸ਼ਟਰਵਾਦ ਦੇ ਨਾਂ ਹੇਠ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਬੀਜੇਪੀ ਗਵਰਨਮੈਂਟ ਦੀ ਇਮਦਾਦ ਮਦਦ ਕਰਦੇ ਰਹੇ ਆ, ਉਸੇ ਤਰ੍ਹਾਂ ਚੰਨੀ ਉਰੀ ਵੀ ਜਿਹੜੇ ਆ ਉਹ ਉਹਨਾਂ ਲੀਹਾਂ ਤੇ ਹੀ ਚੱਲ ਰਹੇ ਆ। ਸੋ ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈਗੀ ਆ ਕਿ ਬਈ ਜੋ ਕੈਬਨਿਟ ਮੀਟਿੰਗ ਉਹਨਾਂ ਨੇ ਸੱਦਣੀ ਆ ਤਾਂ ਹੁਣ ਤੱਕ ਕਿਉਂ ਨਹੀਂ ਸੱਦੀ? ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨੂੰ ਇਹ ਤੇ ਉਹਨਾਂ ਨੂੰ ਐਮਰਜੈਂਸੀ ਰੋਕਦਾ ਕੌਣ ਮੀਟਿੰਗ ਆ? ਸੱਦਣੀ ਚਾਹੀਦੀ ਸੀ। ਇਸ ਤੋਂ ਇਲਾਵਾ ਸੈਸ਼ਨ ਸੱਦਣ ਦੀ ਗੱਲ ਚੱਲ ਰਹੀ ਸੀਗੀ ਕਿ ਇਮੀਡੀਏਟਲੀ ਇੱਕ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਜਿਹੜੇ ਬਿੱਲ ਆ ਰੱਦ ਕੀਤੇ ਜਾਣਗੇ, ਜਿਹੜੇ ਬਿਜਲੀ ਸਮਝੌਤੇ ਆ ਉਹ ਰੱਦ ਕੀਤੇ ਜਾਣਗੇ। ਉਹ ਕੋਈ ਕਾਰਵਾਈ ਉਹੋ ਜੀ ਕੋਈ ਗੱਲ ਖਬਰ ਹੀ ਨਹੀਂ ਆ ਰਹੀ। ਪੰਜਾਬ ਸਰਕਾਰ ਦੇ ਵਿੱਚ ਜੀ ਸਿਰਫ ਇੱਕੋ ਇੱਕ ਮੰਤਰੀ ਜਿਹੜਾ ਹੈਗਾ ਉਹ ਐਕਟਿਵ ਆ, ਤੇ ਉਹ ਹੈਗਾ ਟਰਾਂਸਪੋਰਟ ਮਿਨਿਸਟਰ। ਰਾਜਾ ਵੜਿੰਗ। ਉਹ ਦੇਖੋ ਜਿੰਨਾ ਕੁ ਉਹਦਾ ਵਿੱਤ ਹੈਗਾ ਨਾ ਉਨੀ ਕੁ ਉਹ ਕਾਰਵਾਈ ਕਰੀ ਜਾ ਰਿਹਾ ਹੈਗਾ, ਔਰ ਲੋਕ ਉਹਨੂੰ ਇਸ ਗੱਲ ਨੂੰ ਐਪਰੀਸ਼ੀਏਟ ਕਰ ਰਹੇ ਆ। ਤੇ ਬਾਕੀ ਜਿਹੜੇ ਮੰਤਰੀ ਹੈਗੇ ਆ ਉਹ ਵਾਕਿਆ ਹੀ ਤੁਹਾਡੀ ਗੱਲ ਠੀਕ ਆ ਵੀ ਜਿੱਦਾਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਮ ਮਿਨਿਸਟਰ ਨੇ, ਡਿਪਟੀ ਮੁੱਖ ਮੰਤਰੀ ਨੇ ਹੋਮ ਦਾ ਮਹਿਕਮਾ ਉਹਨਾਂ ਕੋਲ ਆ, ਤੇ ਹੋਮ ਦਾ ਮਹਿਕਮੇ ਦਾ ਮਤਲਬ ਇਹ ਆ ਕਿ ਪੁਲਿਸ ਉਹਨਾਂ ਦੇ ਅੰਡਰ ਹੈਗੀ ਆ, ਤੇ ਉਹ ਜਿਹੜੀ ਕਾਰਵਾਈ ਉਹਨਾਂ ਨੇ ਕਰਨੀ ਆ, ਜਿਹੜੀ ਉਹ ਕਹਿੰਦੇ ਆ ਵੀ ਮੈਂ ਜੇ ਮੇਰੇ ਕੋਲ ਤਾਕਤ ਹੋਵੇ ਤੇ ਮੈਂ ਉਹ ਬੇਅਦਬੀ ਵਾਲਾ ਮਾਮਲਾ ਜਿਹੜਾ ਹੈਗਾ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕਣਾ। ਤੇ ਇਹ ਢਿੱਲ ਮੱਠ ਜਿਹੜੀ ਆ ਜੀ, ਇਹ ਦੇਖੋ 70 ਕੁ ਦਿਨ ਹੈਗੇ ਆ ਜੀ ਇਸ ਗਵਰਨਮੈਂਟ ਦੇ, ਤੇ 17 ਦਿਨਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਇਹ ਕੀ ਕਾਰਵਾਈ ਕਰਨਗੇ ਜਦੋਂ ਇਹਨਾਂ ਨੇ ਅਜੇ ਸ਼ੁਰੂਆਤ ਹੀ ਨਹੀਂ ਗੀ ਕੀਤੀ। ਸੋ ਇਸ ਕਰਕੇ ਹੌਲੀ ਹੌਲੀ ਜਿਹੜੇ ਲੋਕ ਆ ਜੀ ਉਹ ਇਹਨਾਂ ਤੋਂ ਬਦਜਨ ਹੋ ਰਹੇ ਆ, ਨਿਰਾਸ਼ ਹੋ ਰਹੇ ਆ। ਔਰ ਜਿਹੜੀ ਰਾਜ ਕਰਦੀ ਪਾਰਟੀ ਆ ਕਾਂਗਰਸ ਪਾਰਟੀ, ਉਹਦਾ ਵੀ ਬੁਰਾ ਹਾਲ ਆ। ਉਹ ਜਿਹੜਾ ਪ੍ਰਧਾਨ ਆ ਉਹਦੀ ਮੁੱਖ ਮੰਤਰੀ ਨਾਲ ਸੁਰ ਨਹੀਂ ਰਲਦੀ, ਤੇ ਜਿੰਨੇ ਕੁ ਮੰਤਰੀ ਹੈਗੇ ਆ, ਜਿੰਨੇ ਕੁ ਨੇਤਾ, ਉਹਨਾਂ ਦੇ ਹਰ ਇੱਕ ਦੇ ਆਪਣੇ ਆਪਣੇ ਉਹਨਾਂ ਨੇ ਧੜੇ ਬਣਾ ਲਏ ਆ। ਤੇ ਇਹੋ ਜਿਹੇ ਹਿਸਾਬ ਨਾਲ ਗਵਰਨਮੈਂਟ ਕੀ ਚੱਲਣੀ ਆ ਤੇ ਲੋਕਾਂ ਦੇ ਮਸਲੇ ਕੀ ਹੱਲ ਹੋਣੇ ਆ? ਸੋ ਇਹ ਪੰਜਾਬ ਕਾਂਗਰਸ ਦੀ ਜਿੱਥੇ ਬਦਕਿਸਮਤੀ ਆ, ਉੱਥੇ ਪੰਜਾਬ ਦੇ ਲੋਕਾਂ ਦੀ ਵੀ ਬਦਕਿਸਮਤੀ ਆ ਕਿ ਉਹਨਾਂ ਨੂੰ ਕੋਈ ਇਨਸਾਫ ਕਰਨ ਵਾਲਾ ਜਿਹੜਾ ਹੈਗਾ ਉਹ ਰਾਜ ਹੀ ਨਹੀਂ ਮਿਲ ਰਿਹਾ, ਕੋਈ ਧਿਰ ਨਹੀਂ ਮਿਲ ਰਹੀ। ਜੀ ਅੱਛਾ ਕਾਲੂ ਸਾਹਿਬ, ਸਮਾਂ ਆਪਣਾ ਹੋ ਗਿਆ, ਪਰ ਇੱਕ ਖਬਰ ਮੈਂ ਤੁਹਾਡੇ ਨਾਲ ਜ਼ਰੂਰ ਕਰਨੀ ਹੈ ਜਾਂਦੇ ਜਾਂਦੇ, ਅੱਧੇ ਕੁ ਮਿੰਟ 'ਚ ਮੈਨੂੰ ਦੱਸਿਓ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਟੈਰਰਿਸਟ ਨੇ ਉਹ ਫਿਰ ਸਰਗਰਮ ਹੋਏ ਲੱਗਦੇ ਆ, ਤੇ ਉਹ ਪੈਂਤੜੇ ਆਪਣੇ ਬਦਲ ਦਿੰਦੇ ਆ ਹਰ ਵਾਰੀ। ਕਦੀ ਕਿਸੇ ਤਰ੍ਹਾਂ ਦਾ ਕੁਝ ਉਹਨਾਂ ਦਾ ਰੁਖ ਹੁੰਦਾ, ਤੇ ਹੁਣ ਉਹਨਾਂ ਦਾ ਜਿਹੜੇ ਗੈਰ ਕਸ਼ਮੀਰੀ ਲੋਕ ਆ ਉਹਨਾਂ ਦੇ ਕਤਲ ਹੋ ਰਹੇ ਆ, ਖਾਸ ਕਰਕੇ ਬਿਹਾਰੀ ਜਿਹੜੇ ਆ ਲਗਾਤਾਰ ਮਾਰੇ ਜਾ ਰਹੇ ਆ। ਫਰੂਕ ਅਬਦੁੱਲਾ ਦਾ ਬਿਆਨ ਆਇਆ ਕਿ ਜਿਹੜੇ ਲੋਕ ਕਾਰਵਾਈਆਂ ਕਰ ਰਹੇ ਉਹ ਕਸ਼ਮੀਰੀ ਹੈ ਹੀ ਨਹੀਂ, ਉਹ ਬਾਹਰੋਂ ਆਏ ਹੋਏ ਲੋਕ ਨੇ ਜਿਹੜੇ ਇਹ ਕੰਮ ਕਰ ਰਹੇ ਆ। ਸੋ ਇਹਦਾ ਇਸ਼ਾਰਾ ਕੀ ਸਮਝਿਆ ਜਾਵੇ ਕਿ ਪਾਕਿਸਤਾਨ ਤੋਂ ਆਏ ਲੋਕ ਆ ਜਾਂ ਅਫਗਾਨਿਸਤਾਨ ਤੋਂ ਆ ਗਏ ਨੇ, ਜਾਂ ਕੌਣ ਲੋਕ ਨੇ, ਜਾਂ ਫਿਰ ਸਰਕਾਰ ਜਿਹੜੀ ਆ ਉਹਦੀ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਫਲਾਪ ਹੋ ਗਈਆਂ ਨੇ। ਉਹ ਸਟੇਟ ਦਾ ਸੱਤਿਆਨਾਸ਼ ਕਰਨ ਤੋਂ ਬਾਅਦ ਵੀ ਜਿਹੜਾ ਉਹ ਅੱਤਵਾਦ ਦਾ ਦੈਤ ਹੈ ਉਹਨੂੰ ਉਹ ਕਾਬੂ ਨਹੀਂ ਕਰ ਸਕੀ। ਉਹਦੇ 'ਚ ਦੇਖੋ ਜੀ ਸਾਰੀਆਂ ਹੀ ਸੰਭਾਵਨਾਵਾਂ ਲੱਗਦੀਆਂ ਨੇ। ਇਹਦੇ ਵਿੱਚ ਪਾਕਿਸਤਾਨ ਦੇ ਲੋਕ ਵੀ ਹੋ ਸਕਦੇ ਆ, ਜਿਹੜੇ ਮੁਜਾਹਿਦੀਨ ਆ, ਤਾਲਿਬਾਨ ਮੁਜਾਹਿਦੀਨ, ਇਹਨਾਂ ਦੀ ਵੀ ਕੋਈ ਗੱਲਬਾਤ ਹੋ ਸਕਦੀ ਆ। ਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾਂਦਾ ਕਿ ਭਾਰਤ ਸਰਕਾਰ ਦੀਆਂ, ਕਿਉਂਕਿ ਸਾਰੀਆਂ ਹੀ ਜਿਹੜੀਆਂ ਸਕੀਮਾਂ ਆ, ਸਾਰੀਆਂ ਪਾਲਿਸੀ ਜਿਹੜੀਆਂ ਉਹ ਧਰੀਆਂ ਧਰਾਈਆਂ ਰਹਿ ਗਈਆਂ, ਤੇ ਅਮਨ ਅਮਾਨ ਜਿਹੜਾ ਨਹੀਂ ਕਰ ਸਕੇ। ਜਿਹੜਾ ਇਹ ਕਹਿੰਦੇ ਸੀਗੇ ਵੀ ਇਹ JNK ਜਿਹੜੀ ਆ ਇਹ ਇੱਕ ਪੂਰੇ ਦਾ ਪੂਰਾ ਰਾਜ ਆ ਜੀ, ਇਸ ਕਰਕੇ ਜਦੋਂ ਅਸੀਂ ਇਹਨੂੰ ਤੋੜ ਦਾਂਗੇ ਤਾਂ ਮਸਲਾ ਹੱਲ ਹੋ ਜਾਏਗਾ। ਕੋਈ ਵੀ ਮਸਲਾ ਹੱਲ ਨਹੀਂ ਹੋਇਆ। ਸੋ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਕੇਂਦਰ ਸਰਕਾਰ ਆਪਣੇ ਜਵਾਨ ਮਰਵਾ ਸਕਦੀ ਆ, ਤੇ ਇਸ ਕਿਸਮ ਦੇ ਜਿਹੜੀ ਆ ਉਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਵੀ ਇਹ ਸਾਬਤ ਕਰਨ ਲਈ ਵੀ ਦੇਖੋ ਜੀ ਕਿੰਨੀ ਜ਼ਿਆਦਤੀ ਹੋ ਗਈ ਆ ਜੀ ਇੱਥੇ,
ਜਿਹੜੇ J&K ਵਾਲੇ ਹੈਗੇ ਆ, ਇਹਨਾਂ ਤੋਂ ਬਾਹਰੋਂ ਜਿਹੜੇ ਮਜ਼ਦੂਰ ਬਿਹਾਰੀ ਜਾਂ ਹੋਰ ਜਾਂਦੇ ਆ, ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਆ। ਤੇ ਸਭ ਤੋਂ ਵੱਡੀ ਗੱਲ ਤਾਂ ਗਿੱਲ ਸਾਹਿਬ ਇਹ ਆ ਵੀ ਜਦੋਂ ਤੱਕ ਕਸ਼ਮੀਰੀ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਜਦੋਂ ਤੱਕ ਉਹਨਾਂ ਦੇ ਦਿਲ ਨਹੀਂ ਜਿੱਤੇ ਜਾਂਦੇ, ਉਹਨਾਂ ਚਿਰ ਤੁਸੀਂ ਕਿਸੇ ਗੜਬੜ ਨੂੰ ਰੋਕ ਨਹੀਂ ਸਕਦੇ। ਮਤਲਬ ਟੈਰਰਿਜ਼ਮ ਨੂੰ ਰੋਕਣ ਦਾ ਇਹ ਤਰੀਕਾ ਬਿਲਕੁਲ ਹੀ ਕਿਤੇ ਕਾਮਯਾਬ ਨਹੀਂ ਹੋ ਸਕਦਾ ਕਿ ਤੁਸੀਂ ਫੌਜ ਲਾ ਦਿਓ, ਪੈਰਾਮਿਲਟਰੀ ਫੋਰਸਿਸ ਲਾ ਦਿਓ। ਪੈਰਾਮਿਲਟਰੀ ਫੋਰਸਿਸ ਤੇ ਫੌਜ ਜਿਹੜੇ ਆ, ਇਹ ਲਾ ਐਂਡ ਆਰਡਰ ਦੀਆਂ ਪ੍ਰੋਬਲਮਸ ਨੂੰ ਹੱਲ ਕਰਨ ਲਈ ਹੁੰਦੇ ਹੈਗੇ ਆ। ਤੇ ਇਹ ਜਿਹੜੀ ਜੰਮੂ ਕਸ਼ਮੀਰ ਦੀ ਜਿਹੜੀ ਕਸ਼ਮੀਰ ਦੀ ਸਮੱਸਿਆ ਆ, ਇਹ ਲਾ ਐਂਡ ਆਰਡਰ ਦੀ ਸਮੱਸਿਆ ਨਹੀਂ ਹੈ, ਇਹ ਪੋਲੀਟੀਕਲ ਸਮੱਸਿਆ ਆ। ਤੇ ਪੋਲੀਟੀਕਲ ਸਮੱਸਿਆ ਦਾ ਹੱਲ ਜਿਹੜਾ ਉਹ ਪੋਲੀਟੀਕਲ ਹੁੰਦਾ ਹੈ। ਇਸ ਕਰਕੇ ਇਹ ਜਿਹੜੇ ਹਰਬੇ ਹੈਗੇ ਆ ਜਾਂ ਸਾਜ਼ਿਸ਼ਾਂ ਆ, ਇਹ ਕਦੀ ਇਸ ਤਰੀਕੇ ਨਾਲ ਕਾਮਯਾਬ ਨਹੀਂ ਹੁੰਦੀਆਂ। ਤੇ ਇਦਾਂ ਦੀਆਂ ਇਹ ਇੱਕ ਤੋਂ ਬਾਅਦ ਦੂਜੀ ਜਿਹੜੀ ਆ ਉਹ ਚੱਲਦੀ ਰਹਿਣ ਦੀ ਸੰਭਾਵਨਾ ਹੀ ਬਣਦੀ ਆ। ਸੋ ਇਹ ਵੀ ਇਦਾਂ ਦੀਆਂ ਚਾਲਾਂ ਦਾ ਹੀ ਇੱਕ ਹਿੱਸਾ ਹੋ ਸਕਦਾ। ਬਿਲਕੁਲ ਕਾਲੂ ਸਾਹਿਬ, ਸਮਾਂ ਆਪਣਾ ਹੋ ਗਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੈਸੇ ਪੋਲੀਟੀਕਲ ਸਮੱਸਿਆਵਾਂ ਪੂਰੇ ਭਾਰਤ ਨੂੰ ਗ੍ਰਸਿਆ ਹੋਇਆ। ਇੱਕ ਪਾਸੇ 110 ਜ਼ਿਲ੍ਹੇ ਮਾਓਵਾਦ ਦੀ ਜਕੜ ਵਿੱਚ ਨੇ, ਜਿੱਥੇ ਲੋਕਾਂ ਦੇ ਰਹਿਣ ਦੇ ਅਧਿਕਾਰ ਖੋਏ ਜਾ ਰਹੇ ਨੇ ਤੇ ਉਹਨਾਂ ਨੂੰ ਮਾਓਵਾਦ ਦੇ ਨਾਂ ਥੱਲੇ ਮਾਰਿਆ ਜਾ ਰਿਹਾ, ਮੁਕਾਬਲੇ ਹੋ ਰਹੇ ਨੇ। ਪੰਜਾਬ ਪੂਰਾ ਪੋਲੀਟੀਕਲ ਸਮੱਸਿਆਵਾਂ 'ਚ ਉਲਝਿਆ ਹੋਇਆ, ਪੂਰਾ ਭਾਰਤ ਹੀ ਕਿਸੇ ਨਾ ਕਿਸੇ ਤਰੀਕੇ ਪੋਲੀਟੀਕਲ ਸਮੱਸਿਆਵਾਂ 'ਚ ਉਲਝਿਆ ਹੋਇਆ। ਜੇ ਕਿਸਾਨੀ ਸਮੱਸਿਆ ਨੂੰ ਵੇਖ ਲਈਏ ਤੇ ਇਹ ਕਿਹੜੀ ਪੋਲੀਟੀਕਲ ਸਮੱਸਿਆ ਨਹੀਂ, ਆਰਥਿਕਤਾ ਦੇ ਨਾਲ ਨਾਲ ਇੱਕ ਬਹੁਤ ਵੱਡੀ ਸਮੱਸਿਆ ਆ, ਜਿਹਨੂੰ ਹੱਲ ਕਰਨ ਵੱਲੋਂ ਜਿਹੜਾ ਉਹ ਪਿੱਠ ਕਰਕੇ ਬੈਠੀ ਹੋਈ ਹੈ ਕੇਂਦਰ ਦੀ ਸਰਕਾਰ। ਤੇ ਸਤਿਆਪਾਲ ਮਲਕਰੀ ਠੀਕ ਕਹਿ ਰਹੇ ਆ ਕਿ ਜੇ ਕਿਸਾਨਾਂ ਦੇ ਮਸਲੇ ਹੱਲ ਨਾ ਹੋਏ ਤੇ BJP ਨੂੰ ਫਿਰ ਆਪਣਾ ਰਾਹ ਵੇਖ ਲੈਣਾ ਚਾਹੀਦਾ। ਲੱਗਦਾ ਨਹੀਂ ਕਿ ਦੁਬਾਰਾ ਇਹੋ ਜੀ ਜਿਹੜੀ ਘਟੀਆ ਸੋਚ ਵਾਲੇ ਲੋਕ ਆ ਜਾਂ ਜਿਹੜੇ ਕੰਮ ਅਕਲ ਲੋਕ ਨੇ, ਜਿਨ੍ਹਾਂ ਦੇ ਵੱਸ ਹੀ ਨਹੀਂ ਆ ਦੇਸ਼ ਚਲਾਉਣਾ, ਉਹਨਾਂ ਨੂੰ ਦੁਬਾਰਾ ਲੋਕ ਜਿਹੜੀ ਸੱਤਾ ਸੌਂਪਣਗੇ। ਜੇ ਸੌਂਪਣਗੇ ਤੇ ਫਿਰ ਸਾਰੇ ਜਣੇ ਠੂਠੇ ਲੈ ਕੇ ਸੜਕਾਂ ਤੇ ਬਹਿਣਗੇ, ਜੋ ਇਹ ਸਰਕਾਰ ਜਿਹੜੇ ਪਾਸੇ ਤੁਰੀ ਹੋਈ ਆ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਦਿਲ ਟੁੱਟ ਜਾਣਾ ਏ।